ਵਾਹਿਗੁਰੂ ਸਾਹਿਬ ਜੀਓ। ਮੈਂ ਨਾਹੀਂ ਕਛ ਹਉ ਨਹੀਂ, ਕਿਛ ਆਹੇ ਨਾ ਮੁਰਾ। ਅਵਸਰ ਲੱਜਾ ਰਾਖ ਲਿਹੋ, ਸਦਨਾ ਜਾਨ ਤੁਰਾ। ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਿਭਾਸ ਪ੍ਰਭਾਤੀ ਮਹੱਲਾ ਪੰਜਵਾ। ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਾਤ ਪਿਤਾ ਭਾਈ ਸੁਤ ਬਨਤਾ, ਚੂਗਹਿ ਚੋਗ ਆਨੰਦ ਸਿਉ ਜੁਗਤਾ। ਉਰਜ ਭਰਿਓ ਮਨ ਮੀਠ ਮੁਹਾਰਾ, ਗੁਣ ਗਾਹਕ ਮੇਰੇ ਪ੍ਰਾਣ ਆਧਾਰਾ। ਏਕ ਹਮਾਰਾ ਅੰਤਰ ਜਾਮੀ, ਧਰ ਏਕਾ ਮੈਂ ਟਿਕ ਏਕਸ ਕੀ। ਸਿਰ ਸਾਹਾਂ ਵੱਡ ਪੁਰਖ ਸੁਆਮੀ, ਰਹਾਉ। ਵਿਭਾਸ ਪ੍ਰਭਾਤੀ ਮਹੱਲਾ ਪੰਜਵਾ। ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਾਤ ਪਿਤਾ ਭਾਈ ਸੁਤ ਬਨਤਾ, ਚੂਗਹਿ ਚੋਗ ਆਨੰਦ ਸਿਉ ਜੁਗਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਪ੍ਰਭਾਤੀ ਰਾਗ ਦੇ ਅੰਦਰ ਹੈ। ਵਿਭਾਸ ਤੇ ਪ੍ਰਭਾਤੀ ਮਿਸ਼ਰਤ ਰਾਗਾਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਸ਼ਟਪਦੀਆਂ ਸਿਰਲੇਖ ਹੇਠ ਪਾਵਨ ਪਵਿੱਤਰ ਬਾਣੀ ਉਚਾਰਨ ਕਰਕੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗਰੀਬ ਨਵਾਜ਼ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਜੋ ਜੀਵ ਦੀ ਤਰਸਯੋਗ ਹਾਲਤ ਹੈ ਉਸ ਦਾ ਪ੍ਰਗਟਾਵਾ ਕੀਤਾ ਹੈ। ਨਾਲ ਹੀ ਉਸ ਮਨ ਦੀ ਅਧੋਗਤੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਉਹਦਾ ਵੀ ਨਾਲ ਹੀ ਸਮਾਧਾਨ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਹਨ। ਏਕ ਹਮਾਰਾ ਅੰਤਰਜਾਮੀ, ਧਰ ਏਕਾ ਮੈਂ ਟਿਕ ਏਕਸ ਕੀ। ਸਿਰ ਸਾਹਾਂ ਵਡ ਪੁਰਖ ਸੁਆਮੀ, ਰਹਾਉ। ਏਕ ਹਮਾਰਾ ਅੰਤਰਜਾਮੀ, ਸਾਡਾ ਤੇ ਆਸਰਾ ਅੰਤਰਜਾਮੀ ਕੇਵਲ ਤਾਂ ਕੇਵਲ ਅਕਾਲ ਪੁਰਖ ਹੀ ਹੈ। ਧਰ ਏਕਾ, ਮੈਨੂੰ ਇੱਕੋ ਵਾਹਿਗੁਰੂ ਦੀ ਮਨ ਦੇ ਵਿੱਚ ਓਟ ਹੈ। ਟਿਕ ਏਕਸ ਕੀ, ਅਤੇ ਮੇਰੇ ਤਨ ਦੇ ਵਿੱਚ ਵੀ
ਇੱਕੋ ਵਾਹਿਗੁਰੂ ਦੀ ਹੀ ਟੇਕ ਹੈ। ਇੱਕੋ ਦੀ ਮਨ ਦੇ ਵਿੱਚ ਓਟ ਹੈ, ਇੱਕੋ ਦੀ ਮਨ ਵਿੱਚ ਟੇਕ ਹੈ। ਸਿਰ ਸਾਹਾਂ ਵਡ ਪੁਰਖ ਸੁਆਮੀ, ਉਹ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹਾਂ ਦੇ ਸਿਰ ਦਾ ਵੀ ਵੱਡਾ ਪਾਤਸ਼ਾਹ ਹੈ। ਸੋ ਪਾਤਸ਼ਾਹੋ ਸਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਉਹ ਵੱਡਾ ਪੁਰਖ ਹੈ ਅਤੇ ਸੁਆਮੀ ਕਰੋੜਾਂ ਬ੍ਰਹਮੰਡਾਂ ਖੰਡਾਂ ਦਾ ਮਾਲਕ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਸਾਡਾ ਤੇ ਉਹੀ ਮਾਲਕ ਹੈ। ਹੁਣ ਇਸ ਪਾਵਨ ਸ਼ਬਦ ਦੇ ਅੰਦਰ ਇੱਕ ਇੱਕ ਪੌੜੀ ਵਿੱਚ, ਬੰਦ ਵਿੱਚ 4-4 ਪੰਕਤੀਆਂ ਨੇ। ਪਹਿਲੀਆਂ 3 ਪੰਕਤੀਆਂ ਵਿੱਚ ਗਰੀਬ ਨਿਵਾਜ ਸਤਿਗੁਰੂ ਜੀ ਨੇ ਜੀਵ ਦੀ ਅਧੋਗਤੀ ਨੂੰ ਬਿਆਨ ਕੀਤਾ ਹੈ ਅਤੇ ਜਿਹੜੀ ਚੌਥੀ ਪੰਕਤੀ ਹੈ ਉਸ ਤੋਂ ਬਚਣ ਦਾ ਤਰੀਕਾ ਦੱਸਿਆ ਹੈ। ਆਪ ਸੰਗਤਾਂ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਿਭਾਸ ਪ੍ਰਭਾਤੀ ਮਹੱਲਾ ਪੰਜਵਾ। ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਾਤ ਪਿਤਾ ਭਾਈ ਸੁਤ ਬਨਤਾ, ਚੂਗਹਿ ਚੋਗ ਆਨੰਦ ਸਿਉ ਜੁਗਤਾ। ਵਿਭਾਸ ਤੇ ਪ੍ਰਭਾਤੀ ਰਾਗਾਂ ਦਾ ਨਾਮ ਹੈ। ਦੋਨੋਂ ਮਿਸ਼ਰਤ ਰਾਗਾਂ ਦੇ ਵਿੱਚ ਪੰਜਵੇਂ ਪਾਤਸ਼ਾਹ 3 ਅਸ਼ਟਪਦੀਆਂ ਉਚਾਰਨ ਕਰ ਰਹੇ ਹਨ। ਆਰੰਭ ਦੇ ਵਿੱਚ ਮੰਗਲਾਚਰਨ ਲਿਖਿਆ ਹੈ। ਇੱਕ ਓੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰ ਚੈਤਨ ਸਰੂਪ ਤੇ ਪ੍ਰਸਾਦ ਆਨੰਦ ਸਰੂਪ ਹੈ। ਹੁਣ ਗਰੀਬ ਨਿਵਾਜ ਸਤਿਗੁਰੂ ਜੀ ਅੱਗੇ ਉਪਦੇਸ਼ ਆਰੰਭ ਕਰਦੇ ਨੇ। ਇਹ ਜੀਵ ਆਪਣੇ ਪਰਿਵਾਰ ਵਿੱਚ ਰਹਿੰਦਾ ਹੈ। ਇਸ ਦੇ ਮਾਤਾ ਪਿਤਾ ਵੀ ਹਨ, ਇਹਦੇ ਭਰਾ ਵੀ ਹਨ, ਇਹਦੇ ਪੁੱਤਰ ਵੀ ਹਨ ਅਤੇ ਬਣਤਾ ਇਹਦੀ ਆਪਣੀ ਇਸਤਰੀ ਵੀ ਹੁੰਦੀ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਮਨੁੱਖ ਮਾਤਾ ਪਿਤਾ ਭਰਾ ਪੁੱਤਰ ਅਤੇ ਪਤਨੀ ਯੁਗਤਾ ਇਹਨਾਂ ਦੇ ਨਾਲ ਜੁੜ ਕੇ, ਇਹਨਾਂ ਦੇ ਮੋਹ ਵਿੱਚ ਫਸ ਕੇ, ਚੂਗਾ ਹੈ ਚੋਗ ਆਨੰਦ ਸਿਉ ਜੁਗਤਾ, ਬੜੇ ਆਨੰਦ ਦੇ ਨਾਲ ਚੋਗ ਚੁਗਦਾ ਫਿਰਦਾ ਹੈ। ਇਹਦਾ ਮਤਲਬ ਇਹ ਹੈ, ਜਿਵੇਂ ਕੋਈ ਪਰਿੰਦਾ, ਕੋਈ ਬੇਹੰਗਮ, ਕੋਈ ਪੰਛੀ ਆਪਣੇ ਪਰਿਵਾਰ ਨੂੰ ਲੈ ਕੇ ਚੋਗ ਚੁਗਦਾ ਹੁੰਦਾ ਹੈ, ਇਸੇ ਤਰ੍ਹਾਂ ਇਹ ਮਨੁੱਖ ਵੀ ਬੜੇ ਆਨੰਦ ਨਾਲ ਚੋਗ ਚੁਗਦਾ ਫਿਰਦਾ। ਚੋਗ ਤੋਂ ਭਾਵ ਹੁੰਦਾ ਹੈ ਜਿਵੇਂ ਪੰਛੀ ਚੋਗਾ ਚੁਗਦੇ ਹਨ, ਇਸੇ ਤਰ੍ਹਾਂ ਇਹ ਮਨੁੱਖ ਵੀ ਆਪਣੇ ਭੋਜਨ ਦੀ ਤਲਾਸ਼ ਕਰ ਰਿਹਾ ਹੈ। ਉਰਜ ਪਰਿਓ ਮਨ ਮੀਠ ਮੁਹਾਰਾ, ਗੁਣ ਗਾਹਕ ਮੇਰੇ ਪ੍ਰਾਣ ਆਧਾਰਾ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਉਰਜ ਪਰਿਓ ਮਨ ਮੀਠ ਮੁਹਾਰਾ। ਇਸ ਮਨੁੱਖ ਦਾ ਮਨ ਮੋਹ ਦੀ ਮਿਠਾਸ ਦੇ ਵਿੱਚ ਅਥਵਾ ਮੋਹ ਦੀ ਮਿੱਠੀ ਦਲਦਲ ਦੇ ਵਿੱਚ ਉਰਜ ਪਰਿਓ ਫਸਿਆ ਪਿਆ ਹੈ। ਕੁਰਬਾਨ ਕੀਤਾ ਤਿਸਾ ਵਿਟਨੋ ਜਨ ਮੋਹ ਮਿੱਠਾ ਲਾਇਆ। ਪਰਿਵਾਰ ਦਾ ਮੋਹ, ਮਾਇਆ ਦਾ ਮੋਹ ਗਿੱਲੀ ਗੁੜ ਦੀ ਰੋੜੀ ਵਾਂਗ ਹੈ। ਜਿਵੇਂ ਕੋਈ ਮੱਖੀ
ਗੁੜ ਦੀ ਗਿੱਲੀ ਰੋੜੀ 'ਤੇ ਆ ਕੇ ਬੈਠਦੀ ਹੈ। ਗੁੜ ਚੀਕਣਾ ਜਿਹਾ ਹੁੰਦਾ, ਗਿੱਲਾ ਗੁੜ। ਉਹ ਜਦੋਂ ਗਿੱਲੇ ਗੁੜ 'ਤੇ ਆ ਕੇ ਬਹਿੰਦੀ ਹੈ, ਫਿਰ ਉਹਦੇ ਪੈਰ ਉਹਦੇ ਨਾਲ ਫਸ ਜਾਂਦੇ ਨੇ, ਚਿਪਕ ਜਾਂਦੇ ਨੇ। ਫਿਰ ਉਹਦੇ ਖੰਭ ਵੀ ਗਿੱਲੇ ਗੁੜ ਦੇ ਵਿੱਚ ਹੀ ਫਸ ਜਾਂਦੇ ਨੇ। ਫਿਰ ਉਹ ਉਸ ਗੁੜ ਦੇ ਵਿੱਚ ਹੀ ਫਸੀ ਹੋਈ ਮਰ ਜਾਂਦੀ ਹੈ। ਗਰੀਬਨ ਵਾਲ ਸਤਿਗੁਰੂ ਜੀ ਫਰਮਾਉਂਦੇ ਨੇ, ਇਸੇ ਤਰ੍ਹਾਂ ਜਿਹੜਾ ਜੀਵ ਰੂਪ ਪੰਛੀ ਹੈ, ਇਹ ਆਪਣੇ ਪਰਿਵਾਰ ਦੇ ਮਿੱਠੇ ਮੋਹ ਦੇ ਵਿੱਚ ਗਿੱਲੀ ਗੁੜ ਦੀ ਰੋੜੀ ਉੱਤੇ ਉਲਝਿਆ ਪਿਆ ਹੈ, ਫਸਿਆ ਪਿਆ ਹੈ। ਇਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੈ। ਗੁਣ ਗਾਹਕ ਮੇਰੇ ਪ੍ਰਾਣ ਆਧਾਰਾ, ਪਰ ਅਸੀਂ ਤਾਂ ਪਰਿਵਾਰ ਦਾ ਮੋਹ ਛੱਡ ਕੇ ਗੁਣ ਗਾਹਕ ਜਿਹੜੇ ਵਾਹਿਗੁਰੂ ਦੇ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਪਰਮੇਸ਼ਰ ਦੇ ਪਿਆਰੇ ਸੰਤ ਮਹਾਂਪੁਰਖ ਨੇ, ਉਹਨਾਂ ਨਾਲ ਪ੍ਰੇਮ ਪਾਲਿਆ ਹੈ। ਗੁਣਾ ਕਾ ਹੋਵੇ ਵਾਂਸਲਾ ਕੜਵਾਸ ਲਈ ਜੇ। ਉਹ ਗੁਰਮੁਖ ਗੁਣਾਂ ਦੇ ਖਜ਼ਾਨੇ ਨੇ, ਗੁਣਾਂ ਦੇ ਗ੍ਰਾਹਕ ਨੇ। ਉਹ ਹੁਣ ਸਾਡੇ ਪ੍ਰਾਣਾਂ ਦਾ ਆਸਰਾ ਬਣ ਗਏ ਨੇ। ਭਾਵ ਅਸੀਂ ਪਰਿਵਾਰ ਨਾਲੋਂ ਮੋਹ ਤੋੜ ਕੇ ਮਹਾਂਪੁਰਖਾਂ ਦੇ ਨਾਲ ਜੋੜ ਲਿਆ ਹੈ। ਏਕ ਹਮਾਰਾ ਅੰਤਰਜਾਮੀ, ਬਈ ਸਾਡਾ ਤੇ ਮਾਲਕ, ਸਾਡਾ ਤੇ ਰਾਖਾ ਇੱਕੋ ਇੱਕ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਹੀ ਹੈ। ਧਰ ਏਕਾ ਮੈਂ ਟਿਕ ਏਕਸ ਕੀ, ਸਿਰ ਸਾਹਾਂ ਵੱਡ ਪੁਰਖ ਸੁਆਮੀ। ਗਰੀਬਨ ਵਾਲ ਸਤਿਗੁਰੂ ਜੀ ਫਰਮਾਉਂਦੇ ਨੇ, ਇੱਕੋ ਵਾਹਿਗੁਰੂ ਦੀ ਸਾਡੇ ਮਨ ਵਿੱਚ ਟੇਕ ਹੈ, ਇੱਕੋ ਵਾਹਿਗੁਰੂ ਦੀ ਸਾਡੇ ਤਨ ਵਿੱਚ ਓਟ ਹੈ। ਸਿਰ ਸਾਹਾਂ ਵੱਡ ਪੁਰਖ ਸੁਆਮੀ, ਉਹ ਵਾਹਿਗੁਰੂ ਪਾਤਸ਼ਾਹਾਂ ਦੇ ਸਿਰ ਦਾ ਵੀ ਪਾਤਸ਼ਾਹ ਹੈ, ਵੱਡਾ ਪੁਰਖ ਤੇ ਸੁਆਮੀ ਦੀਨ ਦੁਨੀਆ ਦਾ ਮਾਲਕ ਹੈ। ਰਹਾਉ ਛਲ ਨਾਗਨ ਸਿਉ ਮੇਰੀ ਟੂਟਨ ਹੋਈ। ਰਹਾਉ ਵਿਸਰਾਮ ਦੇ ਕੇ ਗਰੀਬਨ ਵਾਲ ਸਤਿਗੁਰੂ ਜੀ ਫਰਮਾਉਂਦੇ ਹਨ, ਬਈ ਅਸੀਂ ਪਹਿਲਾਂ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਸੀ, ਤੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਗਏ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਅਸਲੀਅਤ ਸਮਝਾ ਦਿੱਤੀ। ਕੀ ਆਖਿਆ? ਇਹ ਜਿਹੜੀ ਮਾਇਆ ਹੈ ਸਪਣੀ ਹੈ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸੀ ਹੀ ਕਉ ਫਿਰ ਖਾਏ। ਜਦੋਂ ਅਸਲੀਅਤ ਨੂੰ ਸਮਝਾਇਆ, ਛਲ ਨਾਗਣ ਸੋ ਮੇਰੀ ਟੂਟਣ ਹੋਈ। ਹੁਣ ਛਲ ਕਰਨ ਵਾਲੀ ਨਾਗਣ ਜਿਹੜੀ ਮਾਇਆ ਰੂਪੀ ਸਪਣੀ ਸੀ, ਇਹਦੇ ਨਾਲੋਂ ਸਾਡੀ ਜਿਹੜੀ ਯਾਰੀ ਹੈ ਟੁੱਟ ਗਈ ਹੈ। ਅਸੀਂ ਹੁਣ ਮਾਇਆ ਦੇ ਨਾਲੋਂ ਆਪਣਾ ਮੋਹ ਤੋੜ ਲਿਆ ਹੈ, ਇਸ ਮਾਇਆ ਦੇ ਨਾਲੋਂ ਆਪਣਾ ਸੰਬੰਧ ਤੋੜ ਲਿਆ ਹੈ। ਗੁਰ ਕਹਿਆ ਇਹ ਝੂਠੀ ਧੋਹੀ। ਕਿਉਂ? ਗੁਰੂ ਮਹਾਰਾਜ ਨੇ ਸਾਨੂੰ ਇਹ ਦੱਸ ਦਿੱਤਾ, ਇਹ ਜਿਹੜੀ ਮਾਇਆ ਹੈ ਝੂਠੀ ਹੈ, ਨਾਸਵੰਤ ਹੈ ਤੇ ਧੋਹੀ, ਧੋਖਾ ਕਰਨ ਵਾਲੀ ਹੈ। ਸਰਪਣੀ ਤੇ ਉਪਰਨੀ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਇਹ ਐਸੀ ਧੋਖੇਬਾਜ਼ ਹੈ, ਇਹ ਕਿਸੇ ਦੀ ਵੀ ਮਿੱਤ ਨਹੀਂ ਬਣਦੀ। ਮੁਖ ਮੀਠੀ ਖਾਈ ਕੋ ਰਾਏ। ਇਹ ਮਾਇਆ ਜਦੋਂ ਪਹਿਲਾਂ ਮੁਖ ਦੇ ਨਾਲ ਆਪਾਂ ਖਾਂਦੇ ਆ, ਖੰਡ ਵਾਂਗੂ ਮਿੱਠੀ ਲੱਗਦੀ ਹੈ, ਪਰ ਜਦੋਂ ਖਾ ਲੈਂਦੇ ਆ ਤੇ ਬਾਅਦ ਵਿੱਚ ਇਹਦਾ ਜਿਹੜਾ ਸਵਾਦ ਕੌੜਾ ਹੋ ਜਾਂਦਾ। ਇਹ ਇਉਂ ਸਮਝ ਲਓ, ਇਹ ਵਿਸ ਭਰੀਆਂ ਗੰਦਲਾਂ ਧਰੀਆਂ ਖੰਡ ਲਵਾੜ। ਇਹ ਖੰਡ ਦੀਆਂ ਗੰਦਲਾਂ ਨੇ, ਉੱਤੇ ਵਿਉ ਲੱਗੀ ਹੋਈ ਹੈ, ਵਿਉ ਦੀਆਂ ਭਰੀਆਂ ਹੋਈਆਂ ਗੰਦਲਾਂ ਨੇ। ਇਹ ਮਾਇਆ ਐਸੀ ਹੈ, ਇਹਨੂੰ ਜਦੋਂ ਮੁਖ ਨਾਲ ਖਾਂਦੇ ਆ ਮਿੱਠੀ ਲੱਗਦੀ ਹੈ, ਪਰ ਜਦੋਂ ਖਾ ਲੈਂਦੇ ਆ ਫਿਰ ਇਹਦਾ ਸਵਾਦ ਕੌੜਾ ਦੁਖਦਾਈ ਹੁੰਦਾ ਹੈ। ਅੰਮ੍ਰਿਤ ਨਾਮ ਮਨ ਰਹਿਆ ਅਗਾਏ। ਹੁਣ ਅਸੀਂ ਮਾਇਆ ਨੂੰ ਛੱਡ ਦਿੱਤਾ ਹੈ। ਅੰਮ੍ਰਿਤ ਨਾਮ ਮਨ ਰਹਿਆ ਗਾਏ। ਸਾਡਾ ਮਨ
ਉਸ ਵਾਹਿਗੁਰੂ ਦੇ ਅੰਮ੍ਰਿਤ ਨਾਮ ਰਸ ਦੇ ਨਾਲ ਹਮੇਸ਼ਾ ਲਈ ਤ੍ਰਿਪਤ ਹੋਇਆ ਰਹਿੰਦਾ। ਹੁਣ ਜਦੋਂ ਮਨ ਨੂੰ ਨਾਮ ਦਾ ਰਸ ਪ੍ਰਾਪਤ ਹੋ ਗਿਆ, ਇਹ ਰਸ ਛਾੜੇ ਉਹ ਰਸ ਆਵਾ, ਇਹੋ ਰਸ ਪੀਵਾ ਇਹੋ ਰਸ ਨਹੀਂ ਪਾਵਾ। ਹੁਣ ਇਹਨੂੰ ਮਾਇਆ ਦਾ ਰਸ ਫਿੱਕਾ ਲੱਗਣ ਲੱਗ ਪਿਆ ਹੈ। ਲੋਭ ਮੋਹ ਸਿਉ ਗਈ ਵਿਖੋਟ। ਆ ਜਿਹੜੇ ਸਾਡੇ ਦੁਸ਼ਮਣ ਸਨ, ਲੋਭ ਤੇ ਮੋਹ, ਸਾਰਿਆਂ ਦੀ ਵਾਰੀ ਗੁਰੂ ਮਹਾਰਾਜ ਗੱਲ ਕਰਨਗੇ। ਲੋਭ ਤੇ ਮੋਹ ਦੇ ਨਾਲੋਂ ਵੀ ਵਿਖੋਟ ਦਾ ਅਰਥ ਹੈ ਸਾਡੀ ਜਿਹੜੀ ਪ੍ਰਤੀਤ ਸੀ ਉਹ ਖਤਮ ਹੋ ਗਈ ਹੈ। ਹੁਣ ਅਸੀਂ ਲੋਭ ਤੇ ਮੋਹ 'ਤੇ ਵੀ ਕੋਈ ਯਕੀਨ ਨਹੀਂ ਕਰਦੇ ਵੀ ਇਹ ਸਾਡੇ ਨਾਲ ਨਿਭਣਗੇ ਜਾਂ ਕੋਈ ਸਾਡਾ ਭਲਾ ਕਰਨਗੇ। ਗੁਰ ਕਿਰਪਾਲ ਮੋਹਿ ਕੀਨੀ ਛੋਟ। ਕਿਉਂ? ਸਤਿਗੁਰੂ ਮਹਾਰਾਜ ਕਿਰਪਾ ਦੇ ਘਰ ਨੇ ਤੇ ਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਕੀਨੀ ਛੋਟ। ਲੋਭ ਤੇ ਮੋਹ ਦੇ ਨਾਲੋਂ ਸਾਡਾ ਛੁਟਕਾਰਾ ਕਰਵਾ ਦਿੱਤਾ। ਲੋਭ ਤੇ ਮੋਹ ਤੋਂ ਸਾਡਾ ਖਹਿੜਾ ਛੁਡਾ ਦਿੱਤਾ ਹੈ। ਇਹ ਠਗਵਾਰੀ ਬਹੁਤ ਕਰ ਗਾਲੇ। ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਛੋਟ ਦਾ ਅਰਥ ਬਖਸ਼ਿਸ਼ ਵੀ ਕੀਤਾ ਹੈ। ਗੁਰ ਕਿਰਪਾਲ ਮੋਹਿ ਕੀਨੀ ਛੋਟ, ਵੀ ਕਿਰਪਾਲੂ ਸਤਿਗੁਰੂ ਨੇ ਸਾਡੇ ਤੇ ਬਖਸ਼ਿਸ਼ ਕਰ ਦਿੱਤੀ ਹੈ। ਪਰ ਛੋਟ ਦਾ ਅਰਥ ਬਖਸ਼ਿਸ਼ ਨਹੀਂ, ਛੋਟ ਦਾ ਅਰਥ ਛੁਟਕਾਰਾ ਹੈ। ਵੀ ਕਿਰਪਾਲੂ ਗੁਰੂ ਨੇ ਵੀ ਹੁਣ ਇਹਨਾਂ ਦੇ ਨਾਲੋਂ ਸਾਡੀ ਛੋਟ ਕਰ ਦਿੱਤੀ ਹੈ, ਭਾਵ ਸਾਡਾ ਛੁਟਕਾਰਾ ਕਰਵਾ ਦਿੱਤਾ, ਸਾਡੀ ਬੰਦ ਖਲਾਸੀ ਕਰਵਾ ਦਿੱਤੀ ਹੈ। ਤੇ ਨਾਲ ਹੀ ਸਾਨੂੰ ਗੁਰੂ ਮਹਾਰਾਜ ਨੇ ਇਹ ਗੱਲ ਸਮਝਾ ਦਿੱਤੀ, ਇਹ ਠਗਵਾਰੀ ਬਹੁਤ ਕਰ ਗਾਲੇ। ਇਹ ਲੋਭ ਤੇ ਮੋਹ ਦੀ ਠੱਗਾਂ ਦੀ ਢਾਣੀ ਨੇ ਬਹੁਤ ਸਾਰੇ ਘਰ ਬਰਬਾਦ ਕਰ ਦਿੱਤੇ ਨੇ। ਆਦਮੀ ਲੋਭ ਦੇ ਵਸ ਪਾਪ ਕਰਦਾ ਹੈ, ਚੋਰੀ ਕਰਦਾ ਹੈ, ਫਿਰ ਮਾਰਿਆ ਜਾਂਦਾ ਹੈ। ਮੋਹ ਦੇ ਵਸ ਆਦਮੀ ਲੜਾਈ ਝਗੜੇ ਕਰਦਾ ਹੈ, ਆਪਣੀ ਬੇਪਤੀ ਕਰਵਾਉਂਦਾ ਹੈ। ਇਸ ਠੱਗਾਂ ਦੀ ਢਾਣੀ ਨੇ ਬਹੁਤ ਸਾਰੇ ਘਰ ਬਰਬਾਦ ਕਰ ਦਿੱਤੇ ਹਨ। ਹਮ ਗੁਰ ਰਾਖ ਲਿਏ ਕਿਰਪਾਲੇ। ਬਈ ਸਾਨੂੰ ਕਿਰਪਾ ਦੇ ਘਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਤੋਂ ਲੋਭ ਤੇ ਮੋਹ ਤੋਂ ਬਚਾ ਕੇ ਰੱਖ ਲਏ। ਹੁਣ ਅਸੀਂ ਲੋਭ ਤੇ ਮੋਹ ਤੋਂ ਗੁਰੂ ਦੀ ਕਿਰਪਾ ਦੁਆਰਾ ਬਚ ਗਏ ਹਾਂ। ਕਾਮ ਕ੍ਰੋਧ ਸਿਉ ਠਾਟ ਨਾ ਬਣਿਆ। ਆ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਵਿਕਾਰ ਸੀ, ਕਾਮ ਤੇ ਕ੍ਰੋਧ, ਇਹਨਾਂ ਦੇ ਨਾਲ ਵੀ ਹੁਣ ਸਾਡਾ ਠਾਠ ਬਾਠ ਬਣ ਨਹੀਂ ਸਕਿਆ। ਪਹਿਲਾਂ ਤਾਂ ਇਹਨਾਂ ਦੇ ਨਾਲ ਮਿਲ ਕੇ ਬੈਠ ਕੇ ਖਾਂਦੇ ਸੀ, ਠਾਠ ਨਾਲ ਰਹਿੰਦੇ ਸੀ। ਪਰ ਹੁਣ ਅਸੀਂ ਗੁਰ ਉਪਦੇਸ਼ ਮੋਹਿ ਕਾਨੀ ਸੁਣਿਆ। ਜਦੋਂ ਦਾ ਗੁਰੂ ਦਾ ਉਪਦੇਸ਼ ਅਸੀਂ ਕੰਨਾਂ ਦੇ ਨਾਲ ਸੁਣਿਆ ਤੇ ਹੁਣ ਉਦੋਂ ਦਾ ਕਾਮ ਤੇ ਕ੍ਰੋਧ ਦੇ ਨਾਲ ਵੀ ਸਾਡਾ ਠਾਠ ਬਾਠ ਨਹੀਂ ਬਣਿਆ। ਭਾਵ ਇਹਨਾਂ ਦੀ ਯਾਰੀ ਵੀ ਟੁੱਟ ਗਈ ਹੈ, ਇਹਨਾਂ ਦਾ ਮੋਹ ਵੀ ਟੁੱਟ ਗਿਆ ਹੈ। ਜਹ ਦੇਖੋ ਤਹ ਮਹਾ ਚੰਡਾਲ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਮੈਂ ਤੇ ਜਿੱਥੇ ਵੀ ਦੇਖਦਾ ਹਾਂ ਇਹ ਕਾਮ ਤੇ ਕ੍ਰੋਧ ਇਹ ਚੰਡਾਲਾਂ ਵਾਂਗੂ ਸਾਰੇ ਥਾਈਂ ਖਰੋਦ ਮਚਾਈ ਜਾਂਦੇ ਨੇ, ਸਾਰੇ ਥਾਂ ਫਸਾਦ ਕਰਾਈ ਜਾਂਦੇ ਨੇ। ਕਾਮ ਤੇ ਕ੍ਰੋਧ ਦੇ ਵਾਸਤੇ ਸਾਰੀ ਦੁਨੀਆ ਲੜਾਈ ਝਗੜੇ ਕਰ ਰਹੀ ਹੈ। ਰਾਖ ਲਿਏ ਆਪਣੇ ਗੁਰ ਗੋਪਾਲ। ਸਾਨੂੰ ਗੁਰੂ ਪਰਮੇਸ਼ਰ ਨੇ ਆਪ ਕਿਰਪਾ ਕਰਕੇ, ਸਾਡੇ ਆਪਣੇ ਗੁਰੂ ਪਰਮੇਸ਼ਰ ਨੇ ਇਹ ਕਾਮ ਤੇ ਕ੍ਰੋਧ ਤੋਂ ਸਾਨੂੰ ਬਚਾ ਲਿਆ ਹੈ। 10 ਨਾਰੀ ਮੈਂ ਕਰੀ ਦੁਹਾਗਣ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ 10 ਇਸਤਰੀਆਂ ਸਨ। ਉਹ ਕਿਹੜੀਆਂ ਸਨ? 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਇਹ 10 ਇੰਦਰੀਆਂ ਸਨ। ਇਹਨਾਂ ਨੂੰ ਵੀ ਅਸੀਂ ਦੁਹਾਗਣ ਦਾ ਅਰਥ ਹੈ ਛੁੱਟੜ ਕਰ ਦਿੱਤਾ ਹੈ। ਇਹ 10 ਇਸਤਰੀਆਂ ਨੂੰ ਵੀ ਅਸੀਂ ਰੰਡੀਆਂ ਬਣਾ ਦਿੱਤਾ ਹੈ। ਗੁਰ ਕਹਿਆ ਇਹ ਰਸ ਹੈ ਬਿਖਾਗਣ। ਕਿਉਂ? ਗੁਰੂ ਮਹਾਰਾਜ ਨੇ ਸਾਨੂੰ ਇਹ ਦੱਸ ਦਿੱਤਾ ਵੀ ਇਹ ਵਿਸ਼ੇ ਰਸ ਦੀ ਅੱਗ ਨੂੰ ਪ੍ਰਜਵਲਿਤ ਕਰਦੀਆਂ ਨੇ, ਵਿਸ਼ੇ ਰਸਾਂ ਨੂੰ ਭੋਗਦੀਆਂ ਨੇ ਤੇ ਹੋਰ ਅੱਗੇ ਵਾਸ਼ਨਾ ਦੀ ਅੱਗ ਨੂੰ
ਪ੍ਰਗਟ ਕਰਦੀਆਂ ਨੇ। ਇਸ ਲਈ ਅਸੀਂ ਇਹਨਾਂ 10 ਇਸਤਰੀਆਂ ਨੂੰ ਵੀ ਰੰਡੀਆਂ ਬਣਾ ਦਿੱਤਾ ਹੈ। ਇਨ ਸੰਬੰਧੀ ਰਸਾਤਲ ਤੇ ਜਾਏ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਗੱਲ ਸਾਡੇ ਖਾਨੇ ਪਾ ਦਿੱਤੀ ਵੀ ਜਿਹੜੇ ਇਹਨਾਂ 10 ਇਸਤਰੀਆਂ ਦੇ ਨਾਲ ਸੰਬੰਧ ਜੋੜਨ ਵਾਲੇ ਨੇ, ਜੀਵ ਰਸਾਤਲ ਜਾਏ, ਉਹ ਭਾਈ ਨਰਕਾਂ ਵਿੱਚ ਜਾ ਕੇ ਪੈਂਦੇ ਨੇ। ਪੜ ਪੜ ਅਗਨ ਸਾਗਰ ਦੇ ਲਹਿਰੀ ਪੜ ਦੱਜੈ ਮਨਮੁਖਤਾਈ ਹੈ। ਜਿਹੜੇ 10 ਇਸਤਰੀਆਂ ਦੀ ਸੰਗਤ ਕਰਦੇ ਨੇ, ਵਿਸ਼ੇ ਰਾਸੀ ਅੱਗ ਦੇ ਵਿੱਚ ਸੜਦੇ ਨੇ ਤੇ ਉਹਨਾਂ ਨੂੰ ਰਸਾਤਲ ਵਿੱਚ ਅਧੋਗਤੀ ਵਿੱਚ ਜਾਣਾ ਪੈਂਦਾ ਹੈ। ਹਮ ਗੁਰ ਰਾਖੇ ਹਰ ਲਿਵ ਲਾਏ। ਪਰ ਬਈ ਸਾਨੂੰ ਸਤਿਗੁਰੂ ਨੇ ਰੱਖ ਲਿਆ। ਕਿਵੇਂ ਰੱਖਿਆ ਹੈ? ਹਰ ਲਿਵ ਲਾਏ। ਸਾਡੀ ਲਿਵ ਬਿਰਤੀ ਨੂੰ, ਸੁਰਤ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜ ਦਿੱਤਾ। ਜਦੋਂ ਸਾਡੀ ਲਿਵ, ਸਾਡੀ ਸੁਰਤ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਗਈ ਤੇ ਫਿਰ ਇਹਨਾਂ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਦੇ ਵਿਸ਼ਿਆਂ ਤੋਂ ਵੀ ਅਸੀਂ ਮੁਕਤ ਹੋ ਗਏ। ਅਹੰਗ ਮੇਵ ਸਿਉ ਮਸਲਤ ਛੋਡੀ। ਹੁਣ ਜਿਹੜਾ ਹੰਕਾਰ ਸੀ, ਇਹ ਨਿਸ਼ਚੈ ਕਰਕੇ ਇਹ ਸਭ ਦਾ ਵੱਡਾ ਜਰਨੈਲ ਬਣਿਆ ਹੋਇਆ ਸੀ। ਹੁਣ ਅਸੀਂ ਇਹਦੇ ਨਾਲ ਵੀ ਮਸਲਤ ਦਾ ਅਰਥ ਹੈ ਸਲਾਹ ਕਰਨੀ, ਗੱਲਬਾਤ ਕਰਨੀ ਛੱਡ ਦਿੱਤੀ ਹੈ। ਗੁਰ ਕਹਿਆ ਇਹੋ ਮੂਰਖ ਹੋਡੀ। ਕਿਉਂ? ਗੁਰੂ ਮਹਾਰਾਜ ਨੇ ਸਾਨੂੰ ਇਹ ਬਚਨ ਕਹਿ ਦਿੱਤਾ, ਇਹ ਸੱਚਾ ਬਚਨ ਦੱਸ ਦਿੱਤਾ ਹੈ ਕਿ ਇਹ ਜਿਹੜਾ ਹੰਕਾਰ ਹੈ ਬੜਾ ਮੂਰਖ ਹੈ ਤੇ ਹੋਡੀ ਬਹੁਤ ਜਿੱਦਲ ਸੁਭਾਅ ਦਾ ਮਾਲਕ ਹੈ, ਬੜੀ ਜਿੱਦ ਕਰਦਾ ਹੈ। ਮਾਇਆ ਤਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਖਚੋਲਾ। ਜਿਹੜੇ ਹੰਕਾਰੀ ਮਨੁੱਖ ਨੇ, ਜਦੋਂ ਉਹਨਾਂ ਨੂੰ ਪਾਵਰ ਮਿਲ ਜਾਂਦੀ ਹੈ ਤੇ ਫਿਰ ਉਹ ਟਸ ਤੋਂ ਮਸ ਨਹੀਂ ਹੁੰਦੇ। ਪਰਜਾ ਚਾਹੇ ਜਿੰਨੇ ਮਰਜ਼ੀ ਮੋਰਚੇ ਲਾਈ ਜਾਵੇ, ਧਰਨੇ ਲਾਈ ਜਾਵੇ, ਨਾਰੇ ਲਾਈ ਜਾਵੇ, ਪੁਤਲੇ ਫੂਕੀ ਜਾਵੇ, ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਹੰਕਾਰੀ ਮਨੁੱਖ ਦੂਜਿਆਂ ਨੂੰ ਇਉਂ ਸਮਝਦਾ ਹੈ ਵੀ ਇਹ ਤੇ ਕੀੜੇ ਮਕੌੜੇ ਨੇ, ਮਰੀ ਜਾਣ ਤਾਂ ਵੀ ਕੋਈ ਫਰਕ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਨੇ, ਗੁਰੂ ਮਹਾਰਾਜ ਨੇ ਬਚਨ ਦੱਸ ਦਿੱਤਾ ਹੈ ਵੀ ਇਹ ਹੰਕਾਰ ਬੜਾ ਮੂਰਖ ਤੇ ਬੜਾ ਹਿੰਡੀ ਤੇ ਜਿੱਦੀ ਸੁਭਾਅ ਵਾਲਾ ਹੈ। ਇਹੋ ਨੀ ਘਰ ਘਰ ਕਹੀ ਨਾ ਪਾਏ। ਇਹ ਜਿਹੜਾ ਹੰਕਾਰ ਹੈ ਇਹ ਬੇਘਰਾ ਹੈ, ਇਹਦਾ ਕੋਈ ਘਰ ਹੈ ਹੀ ਨਹੀਂ ਤੇ ਨਾ ਹੀ ਇਹਨੂੰ ਕਦੇ ਕੋਈ ਘਰ ਟਿਕਾਣਾ ਨਸੀਬ ਹੋ ਸਕਦਾ ਹੈ। ਹਮ ਗੁਰ ਰਾਖ ਲੀਏ ਲਿਵ ਲਾਏ। ਬਈ ਸਾਨੂੰ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਇਸ ਹੰਕਾਰ ਤੋਂ ਬਚਾ ਲਿਆ ਹੈ। ਕਿਵੇਂ ਬਚਾਇਆ ਹੈ? ਲਿਵ ਲਾਏ, ਨਾਮ ਬਾਣੀ ਦੇ ਵਿੱਚ ਲਿਵ ਲਾ ਕੇ ਚਿੱਤ ਬਿਰਤੀ ਨੂੰ ਜੋੜ ਕੇ ਗੁਰੂ ਮਹਾਰਾਜ ਨੇ ਸਾਨੂੰ ਹੰਕਾਰ ਤੋਂ ਵੀ ਬਚਾ ਲਿਆ ਹੈ। ਇਨ ਲੋਗਨ ਸਿਉ ਹਮ ਭਏ ਬੈਰਾਈ। ਗਰੀਬਨ ਵਾਲ ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਜਿਹੜੇ ਲੋਕ ਸਨ, ਵਿਕਾਰ, ਐਬ, ਇੰਦਰੀਆਂ, ਇਹਨਾਂ ਦੇ ਨਾਲੋਂ ਅਸੀਂ ਹੁਣ ਬੈਰਾਈ, ਵੈਰੀ ਬਣ ਗਏ ਹਾਂ। ਭਾਵ ਇਹ ਸਾਡਾ ਨੁਕਸਾਨ ਕਰਦੇ ਸਨ। ਸ਼ੁਭ ਗੁਣਾਂ ਨੂੰ, ਇਖਲਾਕ ਨੂੰ ਤੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਤੇ ਨਾਮ ਨੂੰ, ਭਗਤੀ ਨੂੰ ਲੁੱਟ ਰਹੇ ਸਨ। ਇਸੇ ਲਈ ਇਹਨਾਂ ਲੋਕਾਂ ਦੇ ਨਾਲ ਸਾਡੀ ਦੁਸ਼ਮਣੀ ਪੈ ਗਈ ਹੈ। ਏਕ ਗ੍ਰਹਿ ਮਹਿ ਦੋਏ ਨਾ ਖਟਾਈ। ਫਿਰ ਅਸੀਂ ਆਪਣੇ ਮਨ ਵਿੱਚ ਫੈਸਲਾ ਕੀਤਾ ਵੀ ਹੁਣ ਇੱਕ ਘਰ ਦੇ ਵਿੱਚ ਵੀ ਇਹ 2 ਦੁਸ਼ਮਣ ਇਕੱਠੇ ਰਹਿ ਨਹੀਂ ਸਕਦੇ। ਭਾਵ ਜਿਹੜੇ ਵਿਕਾਰ ਸਨ, ਇੱਕ ਪਾਸੇ ਆਸਰੀ ਸੰਪਦਾ ਹੈ, ਦੂਸਰੇ ਪਾਸੇ ਦੇਵੀ ਸੰਪਦਾ ਹੈ। ਇੱਕ ਪਾਸੇ ਮੋਹ ਹੈ, ਦੂਜੇ ਪਾਸੇ ਵਿਵੇਕ ਹੈ। ਹੁਣ ਇੱਕ ਘਰ ਦੇ ਵਿੱਚ, ਸਰੀਰ ਰੂਪੀ ਘਰ ਦੇ ਵਿੱਚ, ਇਹ ਦੋਵੇਂ ਦੁਸ਼ਮਣ ਇਕੱਠੇ ਰਹਿ ਨਹੀਂ ਸਕਦੇ। ਆਏ ਪ੍ਰਭ ਪਹਿ ਅੰਚਲ ਲਾਗ। ਫਿਰ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਏ ਤੇ ਅੰਚਰ ਲਾਗ ਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਪੱਲਾ ਪਕੜ ਲਿਆ। ਕਰਹੁ ਤਪਾਵਸ ਪ੍ਰਭ ਸਰਬਾਗ। ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ, ਸਰਬਾਗ ਹੈ, ਸਰਬੱਗ ਵਾਹਿਗੁਰੂ ਜੀ, ਕਰਹੁ ਤਪਾਵਸ,
ਤੁਸੀਂ ਮਹਾਰਾਜ ਸਾਡਾ ਨਿਆਂ ਕਰੋ ਵੀ ਇਹ ਜਿਹੜੇ ਸਾਡੇ ਦੁਸ਼ਮਣ ਨੇ ਸਾਡਾ ਨੁਕਸਾਨ ਕਰਦੇ ਨੇ ਤੇ ਸਾਡੇ ਘਰ ਦੇ ਉੱਤੇ ਕਬਜ਼ਾ ਕਰੀ ਬੈਠੇ ਨੇ, ਇਹਨਾਂ ਤੋਂ ਖਹਿੜਾ ਛਡਾਓ। ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ, ਮਹਾਰਾਜ ਤੁਸੀਂ ਸਰਬੱਗ ਹੋ, ਘਟ ਘਟ ਕੇ ਜਾਣਨਹਾਰ ਹੋ, ਤੇ ਤੁਸੀਂ ਮਹਾਰਾਜ ਸਾਡਾ ਨਿਆਂ ਕਰੋ। ਪ੍ਰਭ ਹਸ ਬੋਲੇ ਕੀਏ ਨਿਆਏ। ਤੇ ਵਾਹਿਗੁਰੂ ਪਰਮੇਸ਼ਰ ਜੀ ਹੱਸ ਕੇ ਬੋਲੇ, ਮੁਸਕਰਾ ਕੇ ਕਹਿਣ ਲੱਗੇ, ਤੇ ਨਾਲ ਇਹ ਨਿਆਂ ਦਾ ਬਚਨ ਕਹਿ ਦਿੱਤਾ, ਸਗਲ ਦੂਤ ਮੇਰੀ ਸੇਵਾ ਲਾਏ। ਤੇ ਸਾਰੇ ਜਿੰਨੇ ਦੂਤ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪਹਿਲਾਂ ਤੇ ਸਾਡਾ ਨੁਕਸਾਨ ਕਰ ਰਹੇ ਸਨ, ਹੁਣ ਇਹ ਸਾਰੇ ਦੁਸ਼ਟਾਂ ਨੂੰ ਸਾਡੀ ਸੇਵਾ ਵਿੱਚ ਲਾ ਦਿੱਤਾ। ਹੁਣ ਕਾਮ ਨੂੰ ਆਖਿਆ, ਤੂੰ ਏਕਾ ਨਾਰੀ ਜਤੀ ਹੋਏ, ਪਰ ਨਾਰੀ ਤੀ ਭੈਣ ਵਿਖਾਣਾ, ਇਸ ਮਰਜ਼ਾਦਾ ਵਿੱਚ ਚੱਲਣਾ। ਤੇ ਕ੍ਰੋਧ ਨੂੰ ਆਖਿਆ, ਤੂੰ ਜਦੋਂ ਗੁਰੂ ਘਰ ਦੀ ਬੇਅਦਬੀ ਹੋਵੇ, ਕਿਸੇ ਬੱਚੇ ਬਜ਼ੁਰਗ ਅਬਲਾ ਤੇ ਕੋਈ ਜ਼ੁਲਮ ਢਾਵੇ, ਉਸ ਵੇਲੇ ਤੂੰ ਉਸ ਦਾ ਮੂੰਹ ਤੋੜ ਜਵਾਬ ਦੇਣਾ, ਤੇ ਨਹੀਂ ਤੇ ਤੂੰ ਸ਼ਾਂਤ ਰਹਿਣਾ, ਇਸ ਮਰਜ਼ਾਦਾ ਦੇ ਵਿੱਚ ਚੱਲਣਾ। ਸਗਲ ਦੂਤ ਮੇਰੀ ਸੇਵਾ ਲਾਏ। ਤੇ ਲੋਭ ਨੂੰ ਕਹਿ ਦਿੱਤਾ, ਤੂੰ ਮਿਹਨਤ ਕਰਕੇ ਕਾਮਯਾਬ ਹੋਣਾ, ਕੋਈ ਠੱਗੀ ਧੋਖਾ ਪਾਪ ਨਹੀਂ ਕਰਨਾ। ਇਹ ਸਾਨੂੰ ਨੁਕਤਾ ਸਮਝਾ ਦਿੱਤਾ। ਤੇ ਨਾਲ ਸੰਤੋਖ ਵਿੱਚ ਰਹਿਣਾ। ਕਾਮ ਕ੍ਰੋਧ ਲੋਭ ਤੇ ਮੋਹ ਨੂੰ ਇਹ ਗੱਲ ਕਹਿ ਦਿੱਤੀ ਬਈ ਤੂੰ ਪਰਿਵਾਰ ਦੇ ਦਾਇਰੇ ਵਿੱਚ ਨਹੀਂ ਰਹਿਣਾ, ਤੇ ਸਾਰੇ ਸੰਸਾਰ ਨੂੰ ਆਪਣਾ ਪਰਿਵਾਰ ਸਮਝਣਾ। ਏਕ ਪਿਤਾ ਏਕਸ ਕੀ ਹਮ ਬਾਰਿਕ, ਸਾਰਿਆਂ ਦਾ ਸਤਿਕਾਰ ਕਰਨਾ। ਤੇ ਹੰਕਾਰ ਨੂੰ ਆਖਿਆ, ਤੂੰ ਸਵੈ ਮਾਣ ਤੇ ਅਣਖ ਦੇ ਨਾਲ ਸੰਬੰਧ ਰੱਖਣਾ, ਤੇ ਐਵੇਂ ਗਰੀਬਾਂ ਤੇ ਜ਼ੁਲਮ ਨਹੀਂ ਢਾਉਣਾ। ਇਹ ਸਾਰੀਆਂ ਗੱਲਾਂ ਗੁਰੂ ਮਹਾਰਾਜ ਨੇ ਸਮਝਾ ਦਿੱਤੀਆਂ। ਇਉਂ ਵਾਹਿਗੁਰੂ ਜੀ ਹੱਸ ਕੇ ਬੋਲੇ, ਉਹਨਾਂ ਨੇ ਨਿਆਂ ਕਰ ਦਿੱਤਾ। ਸਾਰੇ ਦੂਤ ਇਹ ਦੁਸ਼ਮਣ ਸਾਡੀ ਸੇਵਾ ਵਿੱਚ ਲਾ ਦਿੱਤੇ। ਤੂੰ ਠਾਕੁਰ ਇਹੋ ਗ੍ਰਹਿਓ ਸਭ ਤੇਰਾ। ਤੇ ਨਾਲ ਇਹ ਵੀ ਬਚਨ ਕਰ ਦਿੱਤਾ ਵੀ ਤੂੰ ਮਾਲਕ ਹੈ, ਤੇ ਇਹ ਘਰ-ਬਾਰ ਸਾਰਾ ਤੇਰਾ ਹੀ ਹੈ। ਇਹ ਸਰੀਰ ਵੀ ਤੇ ਤੇਰਾ ਸੂਖਸ਼ਮ ਸਰੀਰ ਵੀ ਤੇ ਕਾਰਨ ਸਰੀਰ, ਇਹਦਾ ਮਾਲਕ ਤੂੰ ਹੈ। ਤੇ ਪਰ ਇਹ ਜਿਹੜੇ ਡਾਕੂ ਸਨ, ਤੇਰਾ ਨੁਕਸਾਨ ਕਰਨ ਵਾਲੇ, ਇਹ ਤੇਰੇ ਹੁਣ ਨੌਕਰ ਬਣ ਗਏ ਨੇ, ਚਾਕਰ ਬਣ ਗਏ ਨੇ, ਤੇਰੀ ਸੇਵਾ ਕਰਨਗੇ। ਕਹੋ ਨਾਨਕ ਗੁਰ ਕੀਆ ਨਿਬੇਰਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੰਜਵੇਂ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਇਉਂ ਪਾਈ ਗੁਰੂ ਪਰਮੇਸ਼ਰ ਨੇ ਸਾਡਾ ਨਿਬੇੜਾ ਕਰ ਦਿੱਤਾ। ਭਾਵ ਜੋ ਸਾਡਾ ਚਿਰਾਂ ਤੋਂ ਝਗੜਾ ਚੱਲਦਾ ਆ ਰਿਹਾ ਸੀ, ਇਉਂ ਗੁਰੂ ਪਰਮੇਸ਼ਰ ਜੀ ਨੇ ਇਸ ਦਾ ਨਿਬੇੜਾ ਕਰ ਦਿੱਤਾ, ਇਸ ਦਾ ਅੰਤ ਕਰ ਦਿੱਤਾ, ਇਸ ਨੂੰ ਖਤਮ ਕਰ ਦਿੱਤਾ। ਪ੍ਰਭਾਤੀ ਮਹੱਲਾ ਪੰਜਵਾ। ਮਨ ਮਹਿ ਕ੍ਰੋਧ ਮਹਾ ਅਹੰਕਾਰਾ। ਲਾਉਣ ਅੱਗੇ ਜੋ ਦੂਸਰਾ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਦਾ ਆ ਰਿਹਾ ਹੈ, ਇਹਦੇ ਵਿੱਚ ਗਰੀਬ ਨਿਵਾਜ ਸਤਿਗੁਰੂ ਜੀ ਨੇ ਪਖੰਡਵਾਦ ਦਾ ਖੰਡਨ ਕੀਤਾ। ਕਿਉਂ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਕਈ ਤਰ੍ਹਾਂ ਦੇ ਭੇਖ ਧਾਰਨ ਕਰਦੇ ਨੇ। ਗੁਰਮਤਿ ਦਾ ਸਿਧਾਂਤ ਇਹ ਹੈ, ਭੇਖੀ ਪ੍ਰਭੂ ਨਾ ਪਾਈਐ। ਭੇਖਾਂ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ। ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਨ ਨਾ ਜਾਈ। ਗੁਰਸਿੱਖ ਨੇ ਇਹਨਾਂ ਪਿੱਛੇ ਜਾਣਾ ਹੀ ਨਹੀਂ। ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਇਤ ਸੰਜਮ ਪ੍ਰਭ ਕਿਨਿ ਹੀ ਨਾ ਪਾਇਆ, ਭਗਉਤੀ ਮੁੰਦਰਾ ਮਨ ਮੋਹਿਆ ਮਾਇਆ। ਰਹਾਉ ਇਤ ਸੰਜਮ, ਇਸ ਸੰਜਮ ਦਾ ਅਰਥ ਹੈ ਤਰੀਕੇ ਦੇ ਨਾਲ, ਯਤਨ ਦੇ ਨਾਲ, ਤਰੱਦਦ ਦੇ ਨਾਲ। ਕਿਸੇ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਪ੍ਰਾਪਤ ਕੀਤਾ। ਭਗਉਤੀ ਮੁੰਦਰਾ, ਪਰਮੇਸ਼ਰ ਦੇ
ਭਗਤਾਂ ਵਾਲੀਆਂ ਮੁੰਦਰਾ ਨਿਸ਼ਾਨੀਆਂ ਚਿੰਨ੍ਹ ਧਾਰਨ ਕਰ ਲਏ। ਮਨ ਮੋਹਿਆ ਮਾਇਆ ਤੇ ਮਨ ਮਾਇਆ ਨੇ ਮੋਹਿਤ ਕੀਤਾ ਹੋਇਆ। ਅੰਦਰੋਂ ਮਾਇਆ ਦੇ ਨਾਲ ਮੋਹ ਹੈ ਤੇ ਬਾਹਰੋਂ ਧਾਰਮਿਕ ਲਿਬਾਸ ਧਾਰਮਿਕ ਚਿੰਨ੍ਹ ਧਾਰਨ ਕਰ ਲਏ ਨੇ। ਇਉਂ ਤੇ ਪਰਮੇਸ਼ਰ ਨਹੀਂ ਮਿਲ ਸਕਦਾ। ਲੋਗਨ ਰਾਮ ਖਿਲੌਣਾ ਜਾਨਾ, ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਪਖੰਡੀ ਆਦਮੀਆਂ ਨੂੰ ਕਦੇ ਪਰਮੇਸ਼ਰ ਨਹੀਂ ਮਿਲ ਸਕਦਾ। ਇਸੇ ਲਈ ਆਰੰਭ ਤੋਂ ਗਰੀਬਾਂ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਮਨ ਮੈਂ ਕ੍ਰੋਧ ਮਹਾ ਹੰਕਾਰਾ। ਜਿਹੜਾ ਪਖੰਡੀ ਆਦਮੀ ਹੈ ਉਹਦੇ ਮਨ ਦੇ ਵਿੱਚ ਕ੍ਰੋਧ ਹੁੰਦਾ ਹੈ ਤੇ ਬਹੁਤਾ ਹੰਕਾਰ ਹੁੰਦਾ ਹੈ। ਪੂਜਾ ਕਰਹਿ ਬਹੁਤ ਵਿਸਥਾਰਾ, ਉਹ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ ਬਹੁਤ ਵਿਸਥਾਰਾ ਬਹੁਤ ਵਿਸਤਾਰ ਪੂਰਵਕ ਉਹਨਾਂ ਦੀ ਪੂਜਾ ਕਰਦਾ ਹੈ। ਖੋੜਸ ਪ੍ਰਕਾਰ ਦੀ ਪੂਜਾ ਲਿਖੀ ਹੈ। ਪਹਿਲਾਂ ਉਹ ਮੂਰਤੀਆਂ ਦਾ ਇਸ਼ਨਾਨ ਕਰਵਾਉਂਦਾ ਹੈ, ਫਿਰ ਆਰਤੀ ਉਤਾਰਦਾ ਹੈ, ਫਿਰ ਉਹਨਾਂ ਨੂੰ ਭੋਗ ਲਵਾਉਂਦਾ ਹੈ। ਇਸ ਢੰਗ ਦੇ ਨਾਲ ਬਹੁਤ ਵਿਸਤਾਰ ਪੂਰਵਕ ਉਹ ਮੂਰਤੀਆਂ ਦੀ ਪੂਜਾ ਕਰਦਾ ਹੈ। ਕਰ ਇਸਨਾਨ ਤਨ ਚੱਕਰ ਬਣਾਏ, ਫਿਰ ਉਹ ਆਪ ਇਸ਼ਨਾਨ ਕਰਦਾ ਹੈ ਤੇ ਇਸ਼ਨਾਨ ਕਰਕੇ ਆਪਣੇ ਤਨ ਉੱਤੇ ਚੱਕਰ ਬਣਾਏ, ਚੱਕਰ ਬਣਾਉਂਦਾ ਹੈ। ਚੱਕਰ ਤੋਂ ਭਾਵ ਤਿਲਕਾਂ ਦਾ ਹੈ। ਜਿਹੜੇ ਵੈਸ਼ਨਵ ਨੇ ਉਹ 12 ਤਿਲਕ ਲਗਾਉਂਦੇ ਨੇ, ਬਿਲਕੁਲ ਗੋਲ ਹੁੰਦੇ ਨੇ। ਉਹ ਇਸ਼ਨਾਨ ਕਰਕੇ ਫਿਰ ਆਪਣੇ ਤਨ ਸਰੀਰ ਉੱਤੇ ਤਿਲਕ ਵੀ ਬਣਾਉਂਦਾ ਹੈ। ਅੰਤਰ ਕੀ ਮਲ ਕਬਹੀ ਨਾ ਜਾਏ, ਪਰ ਬਾਹਰਲੇ ਕਰਮ ਕਾਂਡ ਦੇ ਨਾਲ ਜਿਹੜੇ ਮਨ ਦੇ ਅੰਦਰ ਹਉਮੈ ਹੰਕਾਰ ਦੀ ਮੈਲ ਹੈ ਉਹ ਕਦੇ ਹੀ ਨਾ ਜਾਏ, ਕਦੇ ਵੀ ਨਹੀਂ ਜਾ ਸਕਦੀ। ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਜੇ ਲੱਖਾਂ ਵਾਰ ਵੀ ਕਰਮ ਕਾਂਡ ਦੀ ਪਵਿੱਤਰਤਾ ਕਰੀ ਜਾਵੇ, ਮਨ ਤੇ ਨਹੀਂ ਪਵਿੱਤਰ ਹੁੰਦਾ। ਮਨ ਦੇ ਵਿੱਚੋਂ ਹਉਮੈ ਦੀ ਮੈਲ ਕਦੇ ਵੀ ਦੂਰ ਨਹੀਂ ਹੋ ਸਕਦੀ। ਇਤ ਸੰਜਮ ਪ੍ਰਭ ਕਿਨਹੀ ਨਾ ਪਾਇਆ, ਇਸ ਪਖੰਡ ਦੇ ਤਰੀਕੇ ਦੇ ਨਾਲ, ਪਖੰਡ ਦੇ ਯਤਨ ਕਰਨ ਦੇ ਨਾਲ ਕਿਸੇ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ। ਭਗਉਤੀ ਮੁੰਦਰਾ ਮਨ ਮੋਹਿਆ ਮਾਇਆ, ਲੋ ਵੈਸ਼ਨੂ ਭਗਤਾਂ ਵਾਲੀਆਂ ਨਿਸ਼ਾਨੀਆਂ ਧਾਰਨ ਕਰ ਲਈਆਂ, ਦੁਆਦਸ ਤਿਲਕ ਵੀ ਬਣਾ ਲਏ ਤੇ ਮਨ ਮੋਹਿਆ ਮਾਇਆ ਤੇ ਮਨ ਮਾਇਆ ਦੇ ਵਿੱਚ ਮੋਹਿਤ ਹੋਇਆ ਹੋਇਆ। ਰੱਬ ਦੇ ਨਾਲ ਤੇ ਪਿਆਰ ਹੀ ਕੋਈ ਨਹੀਂ, ਧਰਮ ਦੇ ਨਾਲ ਲਗਾਓ ਕੋਈ ਨਹੀਂ। ਧਰਮ ਦੇ ਚਿੰਨ੍ਹ ਬਨੌਟੀ ਧਾਰਨ ਕੀਤੇ ਹੋਏ ਨੇ ਤੇ ਮਨ ਮਾਇਆ ਨੇ ਮੋਹਿਤ ਕੀਤਾ ਹੋਇਆ। ਉਹਨੂੰ ਕਿਵੇਂ ਪਰਮੇਸ਼ਰ ਮਿਲ ਸਕਦਾ ਹੈ? ਰਹਾਉ ਪਾਪ ਕਰਹਿ ਪੰਚਾਂ ਕੇ ਬਾਸਰੇ, ਵਿਸਰਾਮ ਦੇ ਕੇ ਗਰੀਬਾਂ ਨਵਾਜ਼ ਸਤਿਗੁਰੂ ਜੀ ਉਹਨਾਂ ਪਖੰਡੀਆਂ ਦੀ ਹਾਲਤ ਦੱਸਦੇ ਨੇ। ਪਾਪ ਕਰੈ ਪੰਚਾਂ ਕੇ ਬਾਸਰੇ, ਉਹ 5 ਵਿਕਾਰਾਂ ਦੇ ਅਧੀਨ ਹੋ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਹੋ ਕੇ ਉਹ ਪਾਪ ਕਰਦੇ ਨੇ। ਚੋਰੀ ਯਾਰੀ ਦੁਰਾਚਾਰ ਕਰਦੇ ਹਨ। ਤੀਰਥ ਨਾਏ ਕਹਿ ਸਭ ਉਤਰੇ, ਫਿਰ ਉਹ ਪਖੰਡੀ ਲੋਕ ਜਾ ਕੇ ਤੀਰਥਾਂ ਤੇ ਨਹਾਉਂਦੇ ਫਿਰਦੇ ਨੇ ਤੇ ਉੱਥੇ ਜਾ ਕੇ ਕਹਿੰਦੇ ਹੁਣ ਸਾਡੇ ਸਾਰੇ ਪਾਪ ਲੈ ਗਏ ਹਨ। ਬਹੁਰ ਕਮਾਵਹਿ ਹੋਏ ਨਿਸੰਕ, ਉਹ ਫਿਰ ਆਪਣੇ ਘਰ ਵਿੱਚ ਆ ਕੇ ਨਿਸੰਕ ਦਾ ਅਰਥ ਹੈ ਬਿਨਾਂ ਝਾਕੇ ਤੋਂ ਖੁੱਲ੍ਹੇ ਤੌਰ ਤੇ ਨਿਸੰਗ ਹੋ ਕੇ ਫਿਰ ਉਹ ਚੋਰੀ ਯਾਰੀ ਝੂਠ ਪਾਪ ਬੋਲਣਾ ਠੱਗੀਆਂ ਮਾਰਨੀਆਂ ਫਿਰ ਉਹ ਪਾਪ ਕਰਨੇ ਸ਼ੁਰੂ ਕਰ ਦਿੰਦੇ ਹਨ। ਜਮਪੁਰ ਬਾਦ ਖਰੇ ਕਾਲੰਕ, ਗਰੀਬਨ ਵਾਲ ਸਤਿਗੁਰੂ ਜੀ ਫਰਮਾਉਂਦੇ ਨੇ ਉਹ ਜਿਹੜੇ ਕਾਲੰਕ ਦਾ ਅਰਥ ਹੈ ਕਲੰਕੀ ਪਾਪੀ ਪੁਰਸ਼ ਨੇ, ਉਹਨਾਂ ਨੂੰ ਜਮਾਂ ਦੀ ਪੁਰੀ ਵਿੱਚ ਬੰਨ੍ਹ ਕੇ, ਖਰੇ ਦਾ ਅਰਥ ਹੈ ਖੜਿਆ ਜਾਂਦਾ ਹੈ, ਲਿਜਾਇਆ ਜਾਂਦਾ ਹੈ। ਭਾਵ ਪਖੰਡੀ ਆਦਮੀ ਜਿੰਨੇ ਮਰਜ਼ੀ ਤੀਰਥਾਂ ਤੇ ਇਸ਼ਨਾਨ ਕਰ ਲੈਣ ਪਰ ਉਹ ਪਾਪਾਂ ਵੱਲੋਂ ਤੋਬਾ ਨਹੀਂ ਕਰਦੇ, ਪਾਪਾਂ ਦਾ ਖਹਿੜਾ ਨਹੀਂ ਛੱਡਦੇ। ਪਾਪ ਤੇ ਪਛਤਾਪ ਇਹ ਉਹਨਾਂ ਦਾ ਚੱਕਰ ਮਿਟ ਨਹੀਂ ਸਕਦਾ। ਐਸੇ ਪਖੰਡੀਆਂ ਨੂੰ
ਐਸੇ ਪਾਪੀਆਂ ਨੂੰ ਜਮਾਂ ਦੀ ਪੂਰੀ ਵਿੱਚ ਬੰਨ੍ਹ ਕੇ ਖੜਿਆ ਜਾਵੇਗਾ। ਘੂੰਗਰ ਬਾਦ ਬਜਾਵਹਿ ਤਾਲਾ। ਕਈ ਐਸੇ ਪਖੰਡੀ ਲੋਕ ਨੇ ਰਾਸ ਧਾਰੀਏ, ਉਹ ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਤੇ ਨਾਲ ਹੱਥਾਂ ਦੇ ਨਾਲ ਤਾਲ ਵਜਾਉਂਦੇ ਹਨ, ਛੈਣੇ ਵਜਾਉਂਦੇ ਹਨ। ਅੰਤਰ ਕਪਟ ਫਿਰਹਿ ਬੇਤਾਲਾ। ਉਹਨਾਂ ਦੇ ਅੰਦਰ ਕਪਟ ਫਰੇਬ ਹੁੰਦਾ ਹੈ, ਧੋਖਾ ਕਰਨ ਦੀ, ਮਾਇਆ ਠੱਗਣ ਦੀ ਇੱਛਾ ਹੁੰਦੀ ਹੈ। ਫਿਰ ਹੈ ਬੇਤਾਲਾ, ਉਹ ਤਾਲ ਤੋਂ ਖੁੰਝੇ ਭਟਕਦੇ ਫਿਰਦੇ ਨੇ, ਉਹਨਾਂ ਦਾ ਤਾਲ ਨਹੀਂ ਰਲਦਾ। ਭਾਵ ਉਹਨਾਂ ਦੇ ਮਨ ਤੇ ਤਨ ਦੀ ਅਵਸਥਾ ਇੱਕੋ ਜਿਹੀ ਨਹੀਂ ਬਣਦੀ। ਮਨ ਕੁਛ ਹੋਰ ਕਰਦਾ ਹੈ, ਤਨ ਕੁਝ ਹੋਰ ਕਰਦਾ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਅਥਵਾ ਅੰਤਰ ਕਪਟ ਫਿਰਹਿ ਬੇਤਾਲਾ, ਉਹਨਾਂ ਪਖੰਡੀਆਂ ਦੇ ਅੰਦਰ ਕਪਟ ਦੀ ਭਾਵਨਾ ਹੁੰਦੀ ਹੈ। ਫਿਰ ਹੈ ਬੇਤਾਲਾ, ਉਹ ਤੇ ਭੂਤਨਿਆਂ ਵਾਂਗੂ, ਪ੍ਰੇਤਾਂ ਵਾਂਗੂ ਭਟਕਦੇ ਫਿਰਦੇ ਹਨ। ਵਰਮੀ ਮਾਰੀ ਸਾਪ ਨਾ ਮੂਆ। ਲੋ ਸਰੀਰ ਨੂੰ ਸਾਧਨਾ ਦੇ ਨਾਲ ਵਸ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਇਹ ਵਰਮੀ ਨੂੰ ਮਾਰਨ ਦੇ ਨਾਲ, ਵਰਮੀ ਸੱਪ ਦੀ ਖੁੱਡ ਨੂੰ ਕਹਿੰਦੇ ਨੇ ਵੀ ਵਰਮੀ ਨੂੰ ਮਾਰਨ ਦੇ ਨਾਲ ਸੱਪ ਤੇ ਨਹੀਂ ਮਰ ਜਾਂਦਾ। ਸਰੀਰ ਵਰਮੀ ਵਾਂਗ ਹੈ, ਸੱਪ ਦੀ ਖੁੱਡ ਵਾਂਗ ਹੈ, ਤੇ ਇਹਦੇ ਵਿੱਚ ਮਨ ਸੱਪ ਵਾਂਗੂ ਲੁਕਿਆ ਹੋਇਆ। ਹੁਣ ਜਿਹੜਾ ਆਦਮੀ ਸਰੀਰ ਨੂੰ ਕਸ਼ਟ ਦਿੰਦਾ ਹੈ ਤੇ ਜਾਂ ਸਰੀਰ ਦੇ ਨਾਲ ਕੋਈ ਪਖੰਡ ਦੇ ਕਰਮ ਕਰਦਾ ਹੈ, ਉਹਦੇ ਨਾਲ ਅੰਦਰ ਬੈਠਾ ਸੱਪ ਮਨ ਤੇ ਨਹੀਂ ਮਰ ਜਾਂਦਾ। ਪ੍ਰਭ ਸਭ ਕਿਛ ਜਾਣੈ ਜਿਨ ਤੂੰ ਕੀਆ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਇਹ ਮਨੁੱਖ ਜਿਸ ਨੇ ਤੈਨੂੰ ਪੈਦਾ ਕੀਤਾ ਨਾ, ਉਹ ਪਰਮ ਪਿਤਾ ਪਰਮਾਤਮਾ ਸਭ ਕੁਛ ਤੇਰੇ ਅੰਦਰ ਦੀਆਂ, ਤੇਰੇ ਦਿਲਾਂ ਦੀਆਂ ਜਾਣਦਾ ਹੈ। ਤੂੰ ਕੁਝ ਵੀ ਉਹਦੇ ਪਾਸੋਂ ਲੁਕਾ ਕੇ ਨਹੀਂ ਰੱਖ ਸਕਦਾ। ਪੂਰ ਤਾਪ ਗੇਰੀ ਕੇ ਬਸਤਰਾ। ਫੇਰ ਵੇਖ ਤੂੰ ਕਿਹੋ ਜਿਹੇ ਪਖੰਡ ਕਰਦਾ ਹੈ। ਪੂਰ ਤਾਪ, ਧੂਣੀਆਂ ਤਾਪਦਾ ਹੈ। ਕਈ ਜਿਹੜੇ ਪਖੰਡੀ ਲੋਕ ਨੇ, ਜੇਠ ਹਾੜ ਦੀ ਧੁੱਪ ਦੇ ਵਿੱਚ ਆਲੇ ਦੁਆਲੇ ਧੂਣੀਆਂ ਬਾਲ ਕੇ ਸਿਖਰ ਦੁਪਹਿਰੇ ਬਾਹਰ ਬੈਠ ਜਾਂਦੇ ਨੇ ਵੀ ਅਸੀਂ ਤਪ ਕਰਦੇ ਹਾਂ। ਹਜੂਰ ਕਹਿੰਦੇ ਨੇ, ਇਸ ਤਰ੍ਹਾਂ ਧੂਣੀਆਂ ਤਾਪ ਕੇ ਤੇ ਗੇਰੂ ਰੰਗੇ ਬਸਤਰ ਪਾ ਕੇ ਤੂੰ ਲੋਕਾਂ ਨੂੰ ਠੱਗਦਾ ਫਿਰਦਾ ਹੈ। ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਮੁਸੀਬਤ ਦਾ ਮਾਰਿਆ, ਵਿਪਤਾ ਦਾ ਮਾਰਿਆ, ਤੂੰ ਆਪਣੇ ਘਰ ਤੋਂ ਭੱਜ ਜਾਂਦਾ। ਇਹਦਾ ਮਤਲਬ ਇਹ ਹੈ, ਆਪਦਾ ਦਾ ਨਾਰ ਮੂਏ ਕਰ ਸੰਪਤ ਨਾਸੀ, ਮੂੰਡ ਮੰਡਾਏ ਭਏ ਸੰਨਿਆਸੀ। ਘਰ ਵਾਲੀ ਮਰ ਗਈ ਤੇ ਜਾਂ ਮਾਇਆ ਤਨ ਦੌਲਤ ਮੁੱਕ ਗਈ ਵੀ ਹੁਣ ਪਰਿਵਾਰ ਪਾਲਣਾ ਔਖਾ ਹੋ ਗਿਆ, ਤੇ ਫਿਰ ਤੂੰ ਘਰੋਂ ਚੋਰੀ ਚੋਰੀ ਭੱਜ ਜਾਂਦਾ। ਆਪਦਾ ਕਾ ਮਾਰਿਆ, ਵਿਪਤਾ ਦਾ ਮਾਰਿਆ, ਘਰ-ਬਾਰ ਛੱਡ ਕੇ ਦੌੜ ਜਾਣਾ ਹੈ। ਦੇਸ ਛੋੜ ਪਰਦੇਸਹਿ ਧਾਇਆ। ਆਪਣਾ ਦੇਸ਼ ਛੱਡ ਕੇ ਫਿਰ ਪ੍ਰਦੇਸ਼ਾਂ ਦੇ ਵਿੱਚ ਦੌੜਦਾ ਫਿਰਦਾ, ਕਿਉਂਕਿ ਜਿਹੜੇ ਪਿੰਡ ਵਿੱਚ ਆਦਮੀ ਦਾ ਪਰਿਵਾਰ ਰਹਿੰਦਾ ਹੈ ਨਾ, ਤੇ ਫਿਰ ਉੱਥੇ ਤੇ ਸਾਰਿਆਂ ਨੂੰ ਪਤਾ ਵੀ ਇਹ ਨਹੀਂ ਆਪਣਾ ਪਰਿਵਾਰ ਛੱਡਿਆ ਹੋਇਆ, ਪਰਿਵਾਰ ਛੱਡ ਕੇ ਸਾਧ ਬਣਿਆ ਫਿਰਦਾ। ਪਰਿਵਾਰ ਜਵਾਕ ਭੁੱਖੇ ਮਰਦੇ ਫਿਰਦੇ ਨੇ, ਫਿਰ ਆਪਣਾ ਦੇਸ਼ ਛੱਡ ਕੇ ਪ੍ਰਦੇਸ਼ਾਂ ਵਿੱਚ ਦੌੜ ਜਾਂਦਾ। ਫਿਰ ਉੱਥੇ ਜਾ ਕੇ ਕਿਸੇ ਨੂੰ ਪਤਾ ਨਹੀਂ ਹੁੰਦਾ, ਤੇ ਉੱਥੇ ਜਾ ਕੇ ਆਪਣਾ ਸਮਾਂ ਬਤੀਤ ਕਰਦਾ ਹੈ। ਪੰਜ ਚੰਡਾਲ ਨਾਲੇ ਲੈ ਆਇਆ। ਪਰ ਹੈਰਾਨੀ ਦੀ ਗੱਲ ਹੈ, ਘਰ-ਬਾਰ ਛੱਡ ਕੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਵੀ ਯਾਤਰਾ ਕਰਦਾ ਰਿਹਾ। ਜਿਹੜੇ ਪੰਜ ਚੰਡਾਲ ਸਨ, ਪੰਜ ਵਿਕਾਰ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਘਰ-ਬਾਰ ਤੇ ਛੱਡ ਦਿੱਤਾ, ਪਰ ਵਿਕਾਰਾਂ ਦਾ ਖਹਿੜਾ ਨਹੀਂ ਛੱਡਿਆ। ਗਿਰਹੁ ਤਜ ਬਨਖੰਡ ਜਾਈਆ, ਚੁਣ ਖਾਈਆ ਕੰਦਾ, ਅਜੋਂ ਵਿਕਾਰ ਨਾ ਛੋਡੀ ਪਾਪੀ ਮਨ ਮੰਦਾ। ਇਹਨਾਂ ਪੰਜ ਚੰਡਾਲਾਂ ਨੂੰ, ਪੰਜ ਵਿਕਾਰਾਂ ਨੂੰ ਨਾਲ ਹੀ ਲੈ ਕੇ ਆ ਗਿਆ। ਕਾਨ ਫਿਰਾਏ ਹਿਰਾਏ ਟੂਕਾ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਕਈ ਪਖੰਡੀ ਲੋਕ ਆਪਣੇ ਕੰਨ ਪੜਵਾ ਕੇ ਯੋਗੀ ਬਣ ਜਾਂਦੇ ਨੇ, ਜਾਂ ਦੱਤਾਤਰੇ ਦੇ ਚੇਲੇ ਵੈਰਾਗੀ ਬਣ ਜਾਂਦੇ ਨੇ,
ਤੇ ਹਰਾਏ ਟੂਕਾ, ਦੂਜੇ ਦੇ ਟੁਕੜਿਆਂ ਵੱਲ ਦੇਖਦੇ ਫਿਰਦੇ ਨੇ। ਹਰਾਏ ਦਾ ਅਰਥ ਹੀਰਨਾ, ਦੇਖਣਾ ਹੈ। ਦੂਜਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ, ਹਰਾਏ ਟੂਕਾ, ਉਹ ਦੂਜਿਆਂ ਦੇ ਟੁਕੜੇ ਖੋਹਦਾ ਫਿਰਦਾ ਹੈ। ਘਰ ਘਰ ਮੰਗੈ ਤ੍ਰਿਪਤਾਵਨ ਤੇ ਚੂਕਾ। ਤੇ ਫਿਰ ਇਸ ਤਰ੍ਹਾਂ ਮੰਗਤਾ ਬਣ ਕੇ, ਭਿਖਾਰੀ ਬਣ ਕੇ ਘਰਾਂ ਘਰਾਂ ਦੇ ਵਿੱਚੋਂ ਆਟਾ ਅਤੇ ਪ੍ਰਸ਼ਾਦੇ ਮੰਗਦਾ ਫਿਰਦਾ ਹੈ। ਤ੍ਰਿਪਤਾਵਨ ਤੇ ਚੂਕਾ, ਤ੍ਰਿਪਤੀ ਤੋਂ ਤਾਂ ਹਮੇਸ਼ਾ ਲਈ ਉਹ ਪਛੜ ਹੀ ਗਿਆ, ਭਾਵ ਕਦੇ ਮਨ ਨੂੰ ਰੱਜ ਤੇ ਆਇਆ ਹੀ ਨਹੀਂ। ਤੇ ਪਹਿਲਾਂ ਲਾਲਚ ਹੁੰਦਾ ਵੀ ਚਲੋ ਆਪਣੇ ਜੋਗਾ ਭੋਜਨ ਛਕ ਲਵਾਂਗੇ। ਜਿਹੜੇ ਪੁਰਾਣੇ ਸਾਧੂ ਹੁੰਦੇ ਸਨ, ਉਹਨਾਂ ਦੇ ਕੁਝ ਅਸੂਲ ਹੁੰਦੇ ਸਨ। ਉਹਨਾਂ ਦੇ ਅਸੂਲ ਕੀ ਸੀ ਵੀ ਉਹਨਾਂ ਨੇ ਜਦੋਂ ਭਿੱਖਿਆ ਮੰਗਣ ਵਾਸਤੇ ਜਾਣਾ ਹੈ, ਜੇ ਇੱਕ ਘਰੋਂ ਇੱਕ ਪ੍ਰਸ਼ਾਦਾ ਮਿਲ ਗਿਆ ਉਹ ਛਕ ਲੈਣਾ, ਫਿਰ ਦੂਜੇ ਘਰ ਜਾ ਕੇ ਦਸਤਕ ਦੇਣੀ, ਇੱਕ ਪ੍ਰਸ਼ਾਦਾ ਉਹਨਾਂ ਨੇ ਦੇ ਦਿੱਤਾ, 2 ਪ੍ਰਸ਼ਾਦੇ ਛਕ ਲੈਣੇ ਜਿੰਨੀ ਭੁੱਖ ਹੁੰਦੀ ਹੈ। 2 ਜਾਂ 3 4 ਪ੍ਰਸ਼ਾਦੇ ਛਕ ਕੇ ਫਿਰ ਆਰਾਮ ਦੇ ਨਾਲ ਆਪਣੇ ਕੁਟੀਆ ਵਿੱਚ ਬੈਠ ਕੇ ਭਜਨ ਕਰਦੇ ਸਨ। ਇਹ ਨਹੀਂ ਹੈ ਵੀ ਬਗਲੀ ਚੱਕ ਕੇ ਸਾਰਾ ਦਿਨ ਹੀ ਆਟਾ ਦਾਣਾ ਮੰਗਦੇ ਫਿਰਨਾ, ਇਹ ਕਿ ਸਾਧੂਆਂ ਦਾ ਅਸੂਲ ਨਹੀਂ ਸੀ। ਪੁਰਾਣੇ ਸਾਧੂ ਸਿਰਫ ਆਪਣੇ ਨਿਰਵਾਹ ਵਾਸਤੇ ਉਹਨਾਂ ਕੀ ਭੋਜਨ ਛਕਦੇ ਸਨ ਤੇ ਉਹਨੇ ਇੱਕ ਵਸਤਰ ਗ੍ਰਹਿਣ ਕਰਦੇ ਸਨ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਤੂੰ ਘਰਾਂ ਘਰਾਂ ਵਿੱਚੋਂ ਮੰਗਦਾ ਫਿਰਦਾ ਹੈ ਤੇ ਤ੍ਰਿਪਤਾਵਨ ਵੱਲੋਂ ਤੂੰ ਉੱਕ ਗਿਆ ਹੈ, ਭਾਵ ਤੈਨੂੰ ਤ੍ਰਿਪਤੀ ਤਾਂ ਆਉਂਦੀ ਹੀ ਨਹੀਂ, ਰੱਜ ਤੇ ਆਉਂਦਾ ਹੀ ਨਹੀਂ। ਆਟਾ ਦਾਣਾ ਮੰਗ ਕੇ ਇਕੱਠਾ ਕਰਕੇ ਵੇਚਣ ਲੱਗ ਜਾਂਦਾ ਤੇ ਤੇਰੇ ਮਨ ਨੂੰ ਰੱਜ ਨਹੀਂ ਆਉਂਦਾ। ਬਨਤਾ ਛੋੜ ਬਦ ਨਦਰ ਪਰ ਨਾਰੀ। ਫਿਰ ਤੇਰੀ ਹਾਲਤ ਇਹ ਹੈ, ਜਿਹੜੀ ਤੇਰੀ ਆਪਣੀ ਧਰਮ ਪਤਨੀ ਹੁੰਦੀ ਹੈ ਉਹਨੂੰ ਛੱਡ ਕੇ ਆ ਜਾਂਦਾ, ਪਰਿਵਾਰ ਨੂੰ ਰੁਲਦਾ ਭੁੱਖਾ ਪਿਆਸਾ ਛੱਡ ਕੇ ਆ ਜਾਂਦਾ ਹੈ। ਬਦ ਨਦਰ ਪਰ ਨਾਰੀ, ਤੇ ਫਿਰ ਪਰਾਈਆਂ ਇਸਤਰੀਆਂ ਵੱਲ ਮਾੜੀ ਦ੍ਰਿਸ਼ਟੀ ਨਾਲ ਤੱਕਦਾ। ਬਹੁਤ ਸਾਰੇ ਜਿਹੜੇ ਸਾਧੂ ਨੇ ਉਹਨਾਂ ਵਿੱਚੋਂ ਕੋਈ ਨਾ ਕੋਈ ਵਿਰਲਾ ਹੀ ਬ੍ਰਹਮਚਾਰੀ ਜਾਂ ਸਦਾਚਾਰੀ ਹੁੰਦਾ, ਨਹੀਂ ਤੇ ਬਹੁਤੇ ਸਾਧ ਵੀ ਬਲਾਤਕਾਰੀ, ਵਿਭਚਾਰੀ, ਹੰਕਾਰੀ ਹੁੰਦੇ ਨੇ। ਤੇ ਹੁਣ ਦੀ ਹਾਲਤ ਵਿੱਚ ਵੀ ਆਪਾਂ ਦੇਖਦੇ ਹੀ ਹਾਂ, ਆ ਸਰਸੇ ਵਾਲੇ ਦੇ ਉੱਤੇ ਵੀ ਇਹੋ ਜਿਹੇ ਕੇਸ ਲੱਗੇ ਹੋਏ ਨੇ। ਆਸਾ ਰਾਮ ਹੈ, ਹੋਰ ਕੀ ਇਹੋ ਜਿਹੇ ਪਖੰਡੀ ਸਾਧੂ ਵੀ ਜਿਹੜੇ ਆਪਣੇ ਆਪ ਨੂੰ ਅਖਵਾਉਂਦੇ ਸੰਤ ਨੇ ਤੇ ਪਰ ਉਹ ਭੈੜੇ ਕੰਮ ਕਰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਆਪਣੀ ਘਰਵਾਲੀ ਛੱਡ ਕੇ ਪਰਾਈਆਂ ਇਸਤਰੀਆਂ ਵੱਲ ਮਾੜੀ ਨਿਗਾਹ ਦੇ ਨਾਲ ਦੇਖਦਾ ਹੈ। ਵੇਸ ਨਾ ਪਾਈਐ ਮਹਾ ਦੁਖਿਆਰੀ। ਪਰ ਕੱਲੇ ਭੇਖ ਧਾਰਨ ਕਰਕੇ ਪਰਮੇਸ਼ਰ ਨਹੀਂ ਮਿਲ ਜਾਂਦਾ। ਕੱਲੇ ਭੇਖ ਨੂੰ ਧਾਰਨ ਕਰਕੇ ਮਹਾ ਦੁਖਿਆਰੀ ਸਾਡੀ ਜਿੰਦ ਬੜੀ ਦੁਖੀ ਹੁੰਦੀ ਹੈ। ਬੋਲੇ ਨਾਹੀ ਹੋਏ ਬੈਠਾ ਮੋਨੀ। ਲੋਕ ਕਈ ਸਾਧੂ ਮੌਨ ਧਾਰਨ ਕਰ ਲੈਂਦੇ ਨੇ, ਜਦੋਂ ਕੋਈ ਬੁਲਾਵੇ ਤੇ ਬੋਲਦੇ ਹੀ ਨਹੀਂ। ਬੋਲੇ ਨਾਹੀ ਹੋਏ ਬੈਠਾ ਮੋਨੀ, ਮੋਨੀ ਹੋ ਕੇ ਕਈ ਬੈਠ ਜਾਂਦੇ ਨੇ, ਅਸੀਂ ਜੀ ਮੌਨ ਧਾਰਨ ਕਰ ਲਿਆ, ਕੋਈ ਗੱਲ ਹੀ ਨਹੀਂ ਕਰਦੇ। ਪਰ ਉਹਨਾਂ ਦੇ ਮਨ ਦੀ ਅਵਸਥਾ ਕੀ ਹੁੰਦੀ ਹੈ? ਅੰਤਰ ਕਲਪ ਭਵਾਈਐ ਜੋਨੀ। ਉਹਨਾਂ ਦੇ ਅੰਦਰ ਕਲਪਨਾ ਉੱਠਦੀ ਰਹਿੰਦੀ ਹੈ, ਫੁਰਨੇ ਉੱਠਦੇ ਰਹਿੰਦੇ ਨੇ ਤੇ ਮੂੰਹੋਂ ਬੋਲਦੇ ਨਹੀਂ। ਤੇ ਜਦੋਂ ਕਿਸੇ ਨਾਲ ਕੋਈ ਗੱਲ ਕਰਨੀ ਹੁੰਦੀ ਹੈ ਤੇ ਫਿਰ ਕਲਪਨਾ ਅੰਦਰ ਬਣਦੀ ਹੈ। ਕਈ ਫਿਰ ਬੋਲਦੇ ਤਾਂ ਹੈ ਨਹੀਂ, ਪੇਪਰ 'ਤੇ ਲਿਖ ਕੇ ਦੇ ਦਿੰਦੇ ਨੇ ਵੀ ਆਹ ਕੰਮ ਤੁਸੀਂ ਕਰ ਲਵੋ। ਮੂੰਹੋਂ ਬੋਲਣਾ ਨਹੀਂ ਤੇ ਫਿਰ ਲਿਖ ਕੇ ਦਿੰਦੇ ਨੇ। ਇਹਦਾ ਮਤਲਬ ਇਹ ਹੈ, ਸਤਿਗੁਰੂ ਦਾ ਇਹ ਹੁਕਮ ਹੈ, ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ। ਵੀ ਕਿਛ ਸੁਣੀਐ ਕਿਛ ਕਹੀਐ ਦਾ ਭਾਵ ਹੈ ਲੋੜ ਅਨੁਸਾਰ ਬੋਲਣਾ ਚਾਹੀਦਾ ਤੇ ਲੋੜ ਅਨੁਸਾਰ ਸੁਣਨਾ ਵੀ ਚਾਹੀਦਾ। ਇਹ ਨਹੀਂ ਹੈ ਵੀ ਤੁਸੀਂ ਕਿਸੇ ਨਾਲ ਗੱਲ ਹੀ ਨਹੀਂ ਕਰਨੀ। ਇਹ ਗੁਰਮਤਿ ਦਾ ਸਿਧਾਂਤ ਨਹੀਂ ਮੌਨ ਧਾਰਨ ਕਰਨਾ। ਹਾਂ, ਇਹ ਗੱਲ ਜ਼ਰੂਰ ਹੈ, ਮਹਾਂਪੁਰਖ ਇਹ ਬਚਨ ਅਕਸਰ ਦੱਸਦੇ ਸਨ ਵਿਦਿਆਰਥੀਆਂ ਨੂੰ, ਬਈ ਤੁਸੀਂ ਜਦੋਂ ਬਾਣੀ ਪੜ੍ਹਨੀ ਹੈ ਨਾ, ਉਸ ਵੇਲੇ ਬਾਣੀ ਪੜ੍ਹਦਿਆਂ ਹੋਏ ਵਿੱਚੋਂ ਨਹੀਂ ਬੋਲਣਾ। ਜਦੋਂ ਨਿਤਨੇਮ ਕਰਦੇ ਹੋ
ਉਸ ਵੇਲੇ ਵਿੱਚੋਂ ਨਹੀਂ ਬੋਲਣਾ। ਤੇ ਇਹ ਤੇ ਨਿਯਮ ਠੀਕ ਹੈ, ਜਿੰਨਾ ਚਿਰ ਬਾਣੀ ਪੜ੍ਹਨੀ ਹੈ, ਨਿਤਨੇਮ ਕਰਨਾ ਹੈ, ਭਜਨ ਸਿਮਰਨ ਕਰਨਾ ਹੈ, ਭਗਤੀ ਕਰਨੀ, ਉਹਨਾਂ ਚਿਰ ਆਪਦਾ ਇਕਾਂਤ ਵਿੱਚ ਬੈਠ ਕੇ ਬਾਣੀ ਪੜ੍ਹੋ, ਸਿਮਰਨ ਕਰੋ। ਪਰ ਕੋਈ ਸਮਾਂ ਤੇ ਕੱਢਣਾ ਚਾਹੀਦਾ ਨਾ ਬਚਨ ਕਰਨ ਦਾ, ਗੱਲਬਾਤ ਕਰਨ ਦਾ। ਇਹ ਸਿੱਖੀ ਦਾ ਅਸੂਲ ਹੈ। ਬਿਲਕੁਲ ਮੌਨ ਨਹੀਂ ਧਾਰਨ ਕਰਨਾ। ਠੀਕ ਹੈ, ਥੋੜ੍ਹਾ ਬੋਲੋ, ਕੰਮ ਦੀ ਗੱਲ ਕਰੋ, ਕੋਈ ਸਮਾਂ ਨਿਯਤ ਕਰ ਲਵੋ, ਪਰ ਇਹ ਨਹੀਂ ਹੈ ਬਿਲਕੁਲ ਬੋਲਣਾ ਹੀ ਨਹੀਂ। ਹਜ਼ੂਰ ਕਹਿੰਦੇ ਨੇ ਵੀ ਹੁਣ ਮੌਨੀ ਹੋ ਕੇ ਬੈਠ ਗਿਆ ਤੇ ਕਿਸੇ ਨਾਲ ਬੋਲਦਾ ਨਹੀਂ, ਅੰਦਰ ਕਲਪਨਾ ਉੱਠਦੀ ਹੈ ਤੇ ਭਵਾਈਆ ਜੋਨੀ, ਫਿਰ ਉਹਨੂੰ ਜੂਨਾਂ ਦੇ ਵਿੱਚ ਪਟਕਾਇਆ ਜਾਂਦਾ, ਕਿਉਂਕਿ ਮਨ ਤੇ ਟਿਕਦਾ ਨਹੀਂ, ਮਨ ਤੇ ਬੋਲਣੋਂ ਹਟਦਾ ਨਹੀਂ। ਮਨ ਦੇ ਸੰਕਲਪ ਵਿਕਲਪ ਉੱਠਦੇ ਰਹਿੰਦੇ ਨੇ। ਜੇ ਮੂੰਹੋਂ ਨਾ ਵੀ ਬੋਲੇਗਾ, ਚੁੱਪ ਹੈ, ਚੁੱਪ ਨਾ ਹੋਵੇ, ਜੇ ਲਾਏ ਰਹਾ ਲਿਵਤਾਰ, ਅੰਦਰੋਂ ਮਨ ਤੇ ਚੁੱਪ ਕਰਦਾ ਨਹੀਂ, ਜਿੰਨਾ ਮਰਜੀ ਮੌਨ ਧਾਰਨ ਕਰਕੇ ਕੋਈ ਬੈਠਾ ਰਵੇ। ਹੁਣ ਕਲਗੀਧਰ ਪਾਤਸ਼ਾਹ ਦੇ ਸਮੇਂ ਕੋਈ ਮੌਨੀ ਸਾਧੂ ਅਨੰਦਪੁਰ ਸਾਹਿਬ ਆ ਗਿਆ। ਕਲਗੀਧਰ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਸੀ। ਜਦੋਂ ਮੌਨੀ ਸਾਧੂ ਆਇਆ ਤੇ ਗੁਰੂ ਮਹਾਰਾਜ ਨੂੰ ਆ ਕੇ ਨਮਸਕਾਰ ਕੀਤੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਹਾਲ ਚਾਲ ਪੁੱਛਿਆ। ਮਹਾਤਮਾ ਜੀ ਸੁਣਾਓ, ਕੀ ਹਾਲ ਹੈ? ਉਹਨੇ ਅੱਗੋਂ ਹੱਥ ਹਿਲਾਇਆ, ਇਸ਼ਾਰਾ ਕੀਤਾ, ਬੋਲਿਆ ਨਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਹਾਤਮਾ ਜੀ ਮੌਨ ਧਾਰਿਆ ਹੋਇਆ? ਸਿਰ ਹਿਲਾਇਆ, ਕਹਿੰਦਾ ਹਾਂ ਜੀ ਮੈਂ ਮੌਨ ਧਾਰਿਆ ਹੋਇਆ, ਬੋਲਿਆ ਫਿਰ ਵੀ ਨਾ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਚਿਆ ਵੀ ਹੈ ਤੇ ਪਖੰਡੀ ਹੈ, ਉਤੋਂ ਮੌਨ ਧਾਰਨ ਕਰਕੇ ਲੋਕਾਂ 'ਤੇ ਪ੍ਰਭਾਵ ਪਾਉਣਾ ਚਾਹੁੰਦਾ, ਇਹਦਾ ਪਰਦਾ ਫਾਸ਼ ਕਰਨਾ ਚਾਹੀਦਾ। ਗੁਰੂ ਮਹਾਰਾਜ ਨੇ ਇੱਕ ਸਿੱਖ ਨੂੰ ਬੁਲਾਇਆ, ਕਹਿਣ ਲੱਗੇ, ਗੁਰਸਿੱਖਾ ਇਹ ਮਹਾਤਮਾ ਨੂੰ ਘਰ ਲੈ ਜਾ ਤੇ ਇਹਨਾਂ ਨੂੰ ਜਲ ਪਾਣੀ ਛਕਾ, ਲੰਗਰ ਪਾਣੀ ਛਕਾ, ਜੋ ਇਹਨਾਂ ਦੀ ਇੱਛਾ ਹੈ ਉਹ ਇਹਨਾਂ ਨੂੰ ਛਕਾ। ਤੇ ਉਹ ਬੜਾ ਖੁਸ਼ ਹੋਇਆ। ਜਦੋਂ ਉੱਠ ਕੇ ਤੁਰਨ ਲੱਗੇ, ਗੁਰੂ ਮਹਾਰਾਜ ਨੇ ਸਿੱਖ ਨੂੰ ਹੌਲੀ ਕੁ ਦੇਣੇ ਕੰਨ ਵਿੱਚ ਕਹਿ ਦਿੱਤਾ, ਕਹਿਣ ਲੱਗੇ, ਜਿਹੋ ਜਿਹਾ ਰੁੱਖਾ ਮਿੱਸਾ ਭੋਜਨ ਹੋਵੇਗਾ ਉਹੋ ਜਿਹਾ ਛਕਾ ਦੇਵੀਂ, ਉਹ ਚੇਚਾ ਕੋਈ ਭੋਜਨ ਤਿਆਰ ਕਰਨ ਦੀ ਲੋੜ ਨਹੀਂ, ਇਹ ਪਖੰਡੀ ਆਦਮੀ ਹੈ। ਇੰਨਾ ਕਹਿ ਕੇ ਗੁਰੂ ਮਹਾਰਾਜ ਨੇ ਦੋਹਾਂ ਨੂੰ ਤੋਰ ਦਿੱਤਾ। ਜਦੋਂ ਉਹ ਘਰ ਗਿਆ ਤੇ ਘਰਵਾਲੀ ਨੂੰ ਕਹਿਣ ਲੱਗਾ, ਭਾਗਵਾਨੇ ਸੰਤ ਆਏ ਨੇ, ਇਹਨਾਂ ਨੂੰ ਭੋਜਨ ਛਕਾ। ਉਹ ਕਹਿਣ ਲੱਗੀ ਵੀ ਰਾਤ ਦਾ ਪ੍ਰਸ਼ਾਦਾ ਬਚਿਆ ਪਿਆ, ਜੇ ਕਹੂੰ ਤਾਂ ਮੈਂ ਉਹ ਗਰਮ ਕਰ ਦੇਵਾਂ। ਕਹਿੰਦਾ ਕਰ ਦੇ। ਉਹਨੇ ਬੇਹੀ ਰੋਟੀ ਗਰਮ ਕਰਕੇ ਤੇ ਉਹਦੇ ਅੱਗੇ ਲਿਆ ਕੇ ਰੱਖ ਦਿੱਤੀ। ਹੁਣ ਉਹ ਦੇਖ ਕੇ ਬੇਹੀ ਰੋਟੀ ਨੂੰ ਉਹਦੀਆਂ ਅੱਖਾਂ ਲਾਲ ਪੀਲੀਆਂ ਹੋ ਗਈਆਂ, ਤੀਵਰ ਬਦਲ ਗਏ, ਬੋਲ ਕੁਝ ਸਕਦਾ ਨਹੀਂ ਸੀ। ਤੇ ਉਹ ਸਿੱਖ ਕਹਿਣ ਲੱਗਾ, ਮਹਾਤਮਾ ਜੀ ਛਕੋ। ਤੇ ਲਾਲ ਅੱਖਾਂ ਕਰਕੇ ਉਹਨੂੰ ਘੂਰਨ ਲੱਗਿਆ, ਬੋਲਿਆ ਫਿਰ ਵੀ ਨਾ। ਤੇ ਛਕਿਆ ਛੁਕਿਆ ਕੁਝ ਨਹੀਂ, ਬਸ ਉਥੋਂ ਵਾਹੋ ਦਾਹੀ ਜਿਉਂ ਉਥੋਂ ਤੁਰਿਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਆ ਗਿਆ ਤੇ ਮਗਰੇ ਸਿੱਖ ਵੀ ਆ ਗਿਆ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਗੁਰਸਿੱਖ ਨੂੰ ਕਹਿਣ ਲੱਗੇ, ਗੁਰਸਿੱਖਾ ਮਹਾਤਮਾ ਨੂੰ ਲੰਗਰ ਪਾਣੀ ਛਕਾ ਦਿੱਤਾ? ਕਹਿੰਦਾ, ਮਹਾਰਾਜ ਮੈਂ ਤੇ ਬਥੇਰਾ ਜ਼ੋਰ ਲਾਇਆ ਸੀ ਤੇ ਪਰ ਇਹਨਾਂ ਨੇ ਛਕਿਆ ਹੀ ਨਹੀਂ, ਪਤਾ ਨਹੀਂ ਸ਼ਾਇਦ ਪਾਉਣੋਂ ਹਾਰੀ ਹੋਣਗੇ। ਬਸ ਇੰਨੀ ਗੱਲ ਸੁਣਦਿਆਂ ਸਾਰ ਆਪੇ ਤੋਂ ਬਾਹਰ ਹੋ ਗਿਆ। ਤੇ ਉਸੇ ਵੇਲੇ ਭਮਤਰਿਆ ਹੋਇਆ ਬੋਲਣ ਲੱਗਿਆ ਗੁੱਸੇ ਦੇ ਵਿੱਚ, ਕਹਿਣ ਲੱਗਾ, ਤੁਹਾਡੇ ਸਿੱਖ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਤੁਹਾਡੇ ਸਾਹਮਣੇ ਵੀ ਝੂਠ ਬੋਲਦੇ ਨੇ। ਇਹਨੂੰ ਪੁੱਛੋ, ਮੈਨੂੰ ਘਰ ਲਿਜਾ ਕੇ 20 ਰੋਟੀਆਂ ਮੇਰੇ ਮੱਥੇ ਮਾਰ ਦਿੱਤੀਆਂ ਤੇ ਫਿਰ ਕਹਿੰਦਾ ਸੰਤਾਂ ਨੇ ਭੋਜਨ ਨਹੀਂ ਛਕਿਆ। ਕਿੰਨਾ ਝੂਠ ਹੈ। ਤੇ ਇੰਨੀ ਗੱਲ ਸੁਣ ਕੇ ਸਾਰੇ ਹੱਸ ਪਏ। ਸਤਿਗੁਰੂ ਕਹਿਣ ਲੱਗੇ, ਮਹਾਤਮਾ ਜੀ ਤੁਸੀਂ ਤਾਂ ਮੌਨੀ ਸੀ, ਤੁਸੀਂ ਕਿਉਂ ਬੋਲੇ ਹੋ? ਤੁਸੀਂ ਆਪਣਾ ਨਿਯਮ ਭੰਗ ਕਿਉਂ ਕੀਤਾ? ਕਹਿੰਦਾ, ਹੁਣ ਪਾਣੀ ਸਿਰ ਤੋਂ ਦੀ ਲੰਘ ਗਿਆ ਸੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗਿਆ ਸੀ, ਤੇਰਾ ਪਖੰਡ ਦਾ ਪਰਦਾ ਹੀ ਫਾਸ਼ ਕਰਨਾ ਸੀ। ਬਸ ਇੰਨੀ ਗੱਲ ਹੀ ਸੀ, ਇਹੋ ਜਿਹੇ ਪਖੰਡ ਕਰਨ ਦੀ ਕੋਈ ਲੋੜ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਨੇ, ਬੋਲਾ ਨਾ ਹੀ ਹੋਏ ਬੈਠਾ ਮੌਨੀ। ਹੁਣ ਮੌਨੀ ਹੋ ਕੇ ਬੈਠ ਜਾਂਦਾ ਹੈ ਤੇ ਕਿਸੇ ਨਾਲ ਗੱਲ ਨਹੀਂ ਕਰਦਾ,
ਅੰਦਰੋਂ ਕਲਪਨਾ ਉੱਠਦੀਆਂ ਨੇ ਤੇ ਫਿਰ ਲਿਖ ਲਿਖ ਕੇ ਲੋਕਾਂ ਨੂੰ ਦਿੰਦਾ, ਕਦੇ ਇਸ਼ਾਰੇ ਕਰ ਕਰਕੇ ਸਮਝਾਉਂਦਾ ਹੈ ਗੂੰਗਿਆਂ ਵਾਂਗ, ਤੇ ਫਿਰ ਉਹਨੂੰ ਜੂਨਾਂ ਦੇ ਵਿੱਚ ਹੀ ਭਟਕਾਇਆ ਜਾਂਦਾ ਹੈ। ਅੰਨ ਤੇ ਰਹਿਤਾ ਦੁਖ ਦੇਹੀ ਸਹਿਤਾ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਕਈ ਸਾਧੂ ਕਹਿੰਦੇ ਨੇ ਅਸੀਂ ਜੀ ਅੰਨ ਨਹੀਂ ਛਕਦੇ, ਕਈ ਕਹਿੰਦੇ ਅਸੀਂ ਫਲੋਹਾਰੀ ਹਾਂ, ਕਈ ਕਹਿੰਦੇ ਅਸੀਂ ਦੁੱਧਾਧਾਰੀ ਹਾਂ। ਹੁਣ ਨਿਰਾਹਾਰੀ ਤੇ ਅੱਜ ਕੱਲ੍ਹ ਕੋਈ ਮਿਲਣਾ ਮੁਸ਼ਕਲ ਹੀ ਹੈ, ਪਰ ਕਈ ਦੁੱਧਾਧਾਰੀ ਤੇ ਕਈ ਗੁਪਤੀ ਖਾਵੇ ਵਟਕਾ ਸਾਰੀ, ਕੋਈ ਲੁਕ ਲੁਕ ਕੇ ਪਿੰਨੀਆਂ ਪੰਜੀਰੀਆਂ ਖਾਈ ਜਾਂਦੇ ਨੇ। ਊਂ ਜੀ ਅਸੀਂ ਭੋਜਨ ਨਹੀਂ ਛਕਦੇ। ਜਿਹੜੇ ਅੰਨ ਤੋਂ ਰਹਿਤ ਹੋਣ ਦਾ ਦਾਅਵਾ ਕਰਦੇ ਨੇ, ਦੁੱਖ ਦੇਹੀ ਸਹਿਤਾ, ਉਹ ਆਪਣੀ ਦੇਹ ਦੇ ਉੱਤੇ ਦੁੱਖ ਸਹਾਰਦੇ ਨੇ, ਭੁੱਖੇ ਪਿਆਸੇ ਰਹਿ ਕੇ ਸਰੀਰ ਨੂੰ ਤੰਗ ਕਰਦੇ ਨੇ, ਕਸ਼ਟ ਦਿੰਦੇ ਹਨ। ਹੁਕਮ ਨਾ ਬੂਝੈ ਵਿਆਪਿਆ ਮਮਤਾ। ਇਹੋ ਜਿਹਾ ਜਿਹੜਾ ਪਖੰਡੀ ਆਦਮੀ ਹੈ, ਹੁਕਮ ਨਾ ਬੂਝੈ, ਉਹ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਸਮਝਦਾ। ਹੁਕਮ ਕੀ ਹੈ? ਅੰਨ ਪਾਣੀ ਥੋੜ੍ਹਾ ਖਾਇਆ, ਬਈ ਲੋੜ ਅਨੁਸਾਰ ਅੰਨ ਪਾਣੀ ਛਕਣਾ ਚਾਹੀਦਾ। ਇਹ ਸਾਡੇ ਸਰੀਰ ਦੀ ਲੋੜ ਹੈ, ਸਰੀਰ ਦੀ ਖੁਰਾਕ ਹੈ, ਚੱਲਾ ਪਾਣੀ ਅੰਨ। ਵਿਆਪਿਆ ਮਮਤਾ, ਪਰ ਜਿਹੜਾ ਕਹਿੰਦਾ ਮੈਂ ਅੰਨ ਨਹੀਂ ਖਾਂਦਾ, ਹੱਠ ਦੇ ਨਾਲ ਦੇਹ ਨਾਲ ਦੁੱਖ ਸਹਾਰਦਾ ਹੈ, ਉਹਦਾ ਮਤਲਬ ਉਹ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਸਮਝਦਾ। ਵਿਆਪਿਆ ਮਮਤਾ, ਉਹ ਝੂਠੀ ਮੇਰ ਤੇਰ ਦੇ ਵਿੱਚ, ਮਾਇਆ ਦੀ ਮਮਤਾ ਦੇ ਵਿੱਚ ਫਸਿਆ ਹੋਇਆ ਹੈ। ਬਿਨ ਸਤਿਗੁਰ ਕਿਨੈ ਨਾ ਪਾਈ ਪਰਮ ਗਤੇ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿੰਨੇ ਪਖੰਡੀ ਲੋਕ ਨੇ, ਜਿਨ੍ਹਾਂ ਦਾ ਪਹਿਲਾਂ ਜ਼ਿਕਰ ਕੀਤਾ ਹੈ, ਕਿਸੇ ਨੇ ਵੀ ਸਤਿਗੁਰੂ ਦੀ ਸ਼ਰਨ ਤੋਂ ਬਿਨਾਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਤੇ ਸਿੱਖੀ ਨੂੰ ਧਾਰਨ ਕੀਤੇ ਬਿਨਾਂ ਕਿਸੇ ਨੇ ਪਰਮ ਗਤੇ ਕੇਵਲ ਮੁਕਤੀ ਨੂੰ ਪ੍ਰਾਪਤ ਨਹੀਂ ਕੀਤਾ। ਪੁੱਛੋ ਸਗਲ ਵੇਦ ਸਿਮਰਤੇ। ਜੇ ਕਿਸੇ ਨੂੰ ਭੁਲੇਖਾ ਹੈ ਬਈ ਤੁਸੀਂ ਸਾਰੇ ਵੇਦਾਂ ਨੂੰ ਤੇ ਸਿਮਰਤੀਆਂ ਨੂੰ ਪੁੱਛ ਲਵੋ ਜਾ ਕੇ, ਭਾਵ ਜਿਨ੍ਹਾਂ ਨੇ ਵੇਦ ਬਣਾਏ ਨੇ, ਸਿਮਰਤੀਆਂ ਗ੍ਰੰਥ ਬਣਾਏ ਨੇ, ਉਹਨਾਂ ਨੂੰ ਜਾ ਕੇ ਪੁੱਛ ਲਵੋ। ਤੇ ਜਾਂ ਵੇਦ ਸਿਮਰਤੇ, ਜਿਹੜਾ ਵੇਦਾਂ ਤੇ ਸਿਮਰਤੀਆਂ ਨੂੰ ਪੜ੍ਹਨ ਵਾਲੇ ਬੜੇ ਬੜੇ ਪੰਡਤ ਨੇ, ਪ੍ਰਚਾਰਕ ਨੇ, ਉਹਨਾਂ ਨੂੰ ਜਾ ਕੇ ਪੁੱਛ ਲਵੋ, ਭਾਈ ਗੁਰੂ ਤੋਂ ਬਿਨਾਂ ਕਿਸੇ ਨੂੰ ਪਰਮ ਗਤੀ ਕੇਵਲ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਮਨਮੁਖ ਕਰਮ ਕਰੈ ਅਜਾਈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜਾ ਮਨਮੁਖ ਬੰਦਾ ਹੈ, ਉਹ ਅਜਾਈ ਦਾ ਅਰਥ ਹੈ ਵਿਅਰਥ ਕੰਮ ਕਰਦਾ ਹੈ, ਫਜ਼ੂਲ ਕੰਮ ਕਰਦਾ ਹੈ। ਇਹਦਾ ਮਤਲਬ ਇਹ ਹੈ ਵੀ ਹੁਣ ਭੁੱਖੇ ਪਿਆਸੇ ਰਹਿਣਾ ਇਹ ਕਿਹੜੀ ਭਗਤੀ ਹੈ? ਧੂਣੀਆਂ ਤਾਪਣੀਆਂ ਇਹ ਕਿਹੜੀ ਭਗਤੀ ਹੈ? ਜਲ ਧਾਰੇ ਕਰਨੇ ਇਹ ਕਿਹੜੀ ਬੰਦਗੀ ਹੈ? ਭਾਵ ਮਨਮੁਖ ਉਹ ਕੰਮ ਕਰਦਾ ਜਿਹਦੇ ਵਿੱਚ ਨਾ ਕਿਸੇ ਦਾ ਭਲਾ ਹੋਵੇ ਤੇ ਨਾ ਹੀ ਆਪ ਦਾ ਕੋਈ ਭਲਾ ਹੋਵੇ, ਬੇਅਰਥ ਫਜ਼ੂਲ ਦੇ ਕੰਮ ਕਰਦਾ ਰਹਿੰਦਾ ਹੈ। ਜਿਉ ਬਾਲੂ ਘਰ ਠੌਰ ਨਾ ਠਾਈ। ਉਹਦੀ ਹਾਲਤ ਇਸ ਤਰ੍ਹਾਂ ਦੀ ਹੈ ਜਿਵੇਂ ਕਿਸੇ ਨੇ ਰੇਤੇ ਦਾ ਘਰ ਬਣਾਇਆ ਹੋਵੇ, ਜਦੋਂ ਪਾਣੀ ਦੀ ਲਹਿਰ ਆਉਂਦੀ ਹੈ ਸਭ ਕੁਝ ਢਹਿ ਢੇਰੀ ਕਰਕੇ ਰੋੜ ਕੇ ਲੈ ਜਾਂਦੀ ਹੈ। ਇਸੇ ਤਰ੍ਹਾਂ ਜਿੰਨੇ ਕੋਈ ਪਖੰਡਵਾਦ ਦੇ ਕਰਮ ਪਖੰਡੀ ਲੋਕ ਕਰਦੇ ਨੇ, ਜਦੋਂ ਕਾਲ ਰੂਪੀ ਦਰਿਆ ਦੀ ਛਲ ਆਉਂਦੀ ਹੈ ਤੇ ਉਸ ਵੇਲੇ ਸਾਰੇ ਪਖੰਡ ਨੂੰ ਰੋੜ ਕੇ ਲੈ ਜਾਂਦੀ ਹੈ। ਰੇਤ ਦੇ ਘਰ ਵਾਂਗੂ ਕਰਮ ਧਰਮ ਪਾਖੰਡ ਜੋ ਦਿਸਾ ਹੈ, ਤਿੰਨ ਜਮਜਾ ਗਾਤੀ ਲੁੱਟੇ, ਉਹ ਸਭ ਕੁਝ ਪਖੰਡ ਦਾ ਪਰਦਾ ਉਹਨਾਂ ਦਾ ਨਾਸ ਹੋ ਜਾਂਦਾ ਹੈ। ਜਿਸ ਨੂੰ ਭਏ ਗੋਬਿੰਦ ਦਇਆਲਾ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਵੀ ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਪ੍ਰਸੰਨ ਹੁੰਦੇ ਹਨ। ਗੁਰ ਕਾ ਬਚਨ ਤਿਨ ਬਾਧਿਓ ਪਾਲਾ। ਵੀ ਉਹਨਾਂ ਨੇ ਗੁਰੂ ਦਾ ਬਚਨ ਆਪਣੇ ਪੱਲੇ ਬੰਨ੍ਹ ਲਿਆ, ਆਪਣੇ ਹਿਰਦੇ ਰੂਪੀ ਪੱਲੇ ਵਿੱਚ ਅਥਵਾ ਬੁੱਧੀ ਦੇ ਪੱਲੇ ਵਿੱਚ ਨਿਸ਼ਚੇ ਦੀ ਗੰਢ ਦੇ ਕੇ ਬੰਨ੍ਹ ਲਿਆ। ਉਹ ਹਮੇਸ਼ਾ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਨੇ। ਗੁਰ ਕਾ ਬਚਨ ਬਸੈ ਜੀਅ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ। ਉਹ ਗੁਰੂ ਦੇ ਬਚਨ ਨੂੰ ਹਮੇਸ਼ਾ ਲਈ ਧਾਰਨ ਕਰਕੇ ਰੱਖਦੇ ਹਨ। ਕੋਟ ਮਦੇ ਕੋਈ ਸੰਤ ਦਿਖਾਇਆ। ਕਰੋੜਾਂ ਵਿੱਚੋਂ, ਕਿਉਂਕਿ ਕੋਟਨ ਮੈਂ ਨਾਨਕ ਨਾਰਾਇਣ ਜਿਹ ਚੀਤ,
ਜਿਸ ਨੇ ਗੁਰੂ ਦਾ ਬਚਨ ਪੱਲੇ ਬੰਨਿਆ ਹੋਵੇ। ਕੋਈ ਐਸਾ ਕਰੋੜਾਂ ਵਿੱਚੋਂ ਇੱਕ ਅੱਧਾ ਸੰਤ ਮਹਾਂਪੁਰਖ ਪੂਰਨ ਗੁਰਸਿੱਖ ਵਾਹਿਗੁਰੂ ਪਰਮੇਸ਼ਰ ਨੇ ਦਿਖਾਇਆ ਹੈ। ਨਾਨਕ ਤਿਨ ਕੈ ਸੰਗ ਤਰਾਇਆ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਮਹਾਂਪੁਰਖਾਂ ਦੀ ਸੰਗਤ ਕਰਕੇ ਇਸ ਜੀਵ ਦਾ ਭਵਸਾਗਰ ਤੋਂ ਬੇੜਾ ਪਾਰ ਹੋ ਜਾਂਦਾ ਹੈ। ਜਿਹੜਾ ਪੂਰਨ ਮਹਾਂਪੁਰਸ਼ਾਂ ਦੀ ਸੰਗਤ ਕਰਦਾ ਹੈ। ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਇਥਾ ਜਗ ਲੰਘਣ ਹਾਰਾ। ਮਹਾਂਪੁਰਖਾਂ ਦਾ ਜੀਵਨ ਜਹਾਜ਼ ਵਰਗਾ ਹੁੰਦਾ ਹੈ। ਉਹ ਆਪ ਵੀ ਪਾਰ ਹੋ ਜਾਂਦੇ ਨੇ ਤੇ ਨਾਨਕ ਤਨ ਕਾ ਸੰਗ ਤਰਾਇਆ, ਸੰਗੀ ਸਾਥੀ ਸਗਲ ਤਰਾਈ। ਸੰਗੀਆਂ ਸਾਥੀਆਂ ਨੂੰ ਵੀ ਭਵਸਾਗਰ ਤੋਂ ਪਾਰ ਕਰ ਦਿੰਦੇ ਹਨ। ਜੇ ਹੋਵੇ ਭਾਗ ਤਾਂ ਦਰਸ਼ਨ ਪਾਈਐ। ਜੇ ਕਿਸੇ ਦਾ ਚੰਗਾ ਭਾਗ ਉਦੇ ਹੋ ਜਾਵੇ, ਚੰਗਾ ਭਾਗ ਜਾਗ ਪਵੇ, ਤਾਂ ਪੂਰਨ ਮਹਾਂਪੁਰਖ ਦਾ ਕਿਸੇ ਪੂਰਨ ਸੰਤ ਦਾ ਦਰਸ਼ਨ ਪ੍ਰਾਪਤ ਹੁੰਦਾ ਹੈ। ਆਪ ਤਰੈ ਸਭ ਕੁਟੰਬ ਤਰਾਈਐ। ਫਿਰ ਉਹ ਆਪ ਵੀ ਤਰ ਜਾਂਦਾ ਹੈ ਤੇ ਸਾਰੇ ਪਰਿਵਾਰ ਨੂੰ ਵੀ ਤਰਾਈਐ ਉਹ ਤਾਰ ਦਿੰਦਾ ਹੈ। ਭਾਵ ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਉਹ ਆਪ ਵੀ ਤਰ ਜਾਂਦਾ ਹੈ ਤੇ ਪਰਿਵਾਰ ਦਾ ਵੀ ਉਧਾਰ ਕਰ ਦਿੰਦਾ ਹੈ। ਜਿਹੜੇ ਪੂਰਨ ਮਹਾਂਪੁਰਖ ਹੁੰਦੇ ਨੇ ਵੀ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ, ਉਹਨਾਂ ਦਾ ਪਰਿਵਾਰ ਜਿਹੜਾ ਉਹਨਾਂ ਦੇ ਬਚਨ ਮੰਨਦਾ ਹੈ। ਗੱਲ ਗੁਰ ਕਾ ਬਚਨ ਤਨ ਬੰਨ੍ਹਿਓ ਪਾਲਾ, ਇਹ ਧਿਆਨ ਵਿੱਚ ਰੱਖਣਾ ਹੈ। ਜਿਨ੍ਹਾਂ ਨੇ ਗੁਰੂ ਦਾ ਬਚਨ ਪੱਲੇ ਬੰਨਿਆ ਹੋਇਆ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ, ਬਾਣੀ ਦੀ ਰਹਿਤ ਦੇ ਧਾਰਨੀ ਹੋ ਕੇ ਸੇਵਾ ਸਿਮਰਨ ਦੀ ਘਾਲ ਘਾਲਦੇ ਨੇ। ਗੁਰੂ ਦਾ ਬਚਨ ਜਿਨ੍ਹਾਂ ਨੇ ਪੱਲੇ ਬੰਨਿਆ ਹੋਇਆ ਹੈ, ਵੀ ਐਸੇ ਜਿਹੜੇ ਪੂਰਨ ਮਹਾਂਪੁਰਖ ਨੇ, ਭਾਗਾਂ ਦੇ ਨਾਲ ਉਹਨਾਂ ਦੇ ਦਰਸ਼ਨ ਹੁੰਦੇ ਨੇ। ਉਹਨਾਂ ਦੀ ਸੰਗਤ ਕਰਕੇ ਮਨੁੱਖ ਆਪ ਵੀ ਤਰ ਜਾਂਦਾ ਹੈ ਤੇ ਆਪਣੇ ਸਾਰੇ ਪਰਿਵਾਰ ਨੂੰ ਵੀ ਤਾਰ ਦਿੰਦਾ ਹੈ। ਰਹਾਉ ਦੂਜਾ। ਇਹ ਦੂਸਰਾ ਰਹਾਉ ਲਿਖ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਇੱਥੇ ਸਿਧਾਂਤ ਦੀ ਸੰਪੂਰਨਤਾ ਕੀਤੀ ਹੈ। ਇਹ ਹੈ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ, ਜੋ ਆਪ ਸੰਗਤਾਂ ਨੇ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸਰਵਣ ਕੀਤੀ ਹੈ। ਆਪਾਂ ਇਸ ਨੂੰ ਸੁਣਿਆ ਤੇ ਆਪਣੇ ਜੀਵਨ ਵਿੱਚ ਵਸਾਈਏ। ਗੁਰ ਕਾ ਬਚਨ ਤਨ ਬੰਨ੍ਹਿਓ ਪਾਲਾ। ਜਦੋਂ ਗੁਰੂ ਦੇ ਬਚਨਾਂ ਨੂੰ ਪੱਲੇ ਬੰਨ੍ਹ ਲਵਾਂਗੇ ਤੇ ਫਿਰ ਲੋਕ ਸੁਖੀ ਪ੍ਰਲੋਕ ਸੁਹੇਲੇ ਹੋ ਜਾਵਾਂਗੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜੇ ਹੋਵੇ ਭਾਗ ਤਾਂ ਦਰਸ਼ਨ ਪਾਈਐ। ਆਪ ਤਰੈ ਸਭ ਕੁਟੰਬ ਤਰਾਈਐ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।